ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਈ ਜਦੀ ਮਨਜੂਰ ਗੁਰ ਗੋਬਿੰਦ ਸਿੰਘ। ਹੱਕ ਰਾਗੰਜੂਰ ਗੁਰ ਗੋਬਿੰਦ ਸਿੰਘ, ਜੁਮਲਾ ਪੈਜ ਨੂਰ ਗੁਰ ਗੋਬਿੰਦ ਸਿੰਘ। ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ, ਛਾਹੀ ਛਾਹਨ ਛਾਹ ਗੁਰ ਗੋਬਿੰਦ ਸਿੰਘ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, जितने भी आप माई भाई नेमी प्रेमी दूरों नेड़ियों चल करके महापुरखों की पावन पवित्र अस्थान अथवा गुरु बाबा जियां दी सचखंड दरबार दे विच पहुँचे हो, सब सतगुरां दे चरनां दे विच हाजरियां लवाउण दे वास्ते चित बिरती नूं बाहरों इकागर करन दी खेचल करो। धन धन साहिब श्री गुरु गोबिंद सिंह जी महाराज जियां दी पावन पवित्र कथा चल रही है। पिछले प्रकरण दे विच असीं ये विचार सरवण कीती कि धन धन साहिब श्री गुरु गोबिंद सिंह जी महाराज श्री आनंदपुर साहिब दे विच निवास रखते हैं और इस स्थान ते श्री आनंदपुर साहिब दा बड़ा जंग जो पहाड़ी राजियां अते तुरकां मुगलों दे नाल होया, वो कई महीनों तो जंग जारी है, लग्या होया है। तां इस जंग दे दरम्यान ਹੁਣ ਇਹਨਾਂ ਤੁਰਕਾਂ ਅਤੇ ਪਹਾੜੀਆਂ ਨੇ ਮਿਲ ਕੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਬਹੁਤ ਵੱਡੀ ਫੌਜ ਲੈ ਕੇ ਘੇਰਾ ਪਾਇਆ ਹੋਇਆ ਹੈ। ਤਾਂ ਇਸ ਘੇਰੇ ਦੇ ਦਰਮਿਆਨ ਇੰਨੇ ਸਮੇਂ ਦੇ ਵਿੱਚ ਹੁਣ ਜੋ ਵਸਤੂਆਂ ਆਦਿ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਸਿੰਘਾਂ ਦੇ ਪਾਸ ਸਨ, ਖਾਣ ਪੀਣ ਦੀਆਂ ਚੀਜ਼ਾਂ ਰਸਤਾਂ ਆਦਿ ਉਹ ਸਾਰੀਆਂ ਖਤਮ ਹੋ ਜਾਂਦੀਆਂ ਹਨ। ਤਾਂ ਭੁੱਖ ਦੇ ਦੁੱਖ ਤੋਂ ਵਿਆਕੁਲ ਹੋ ਕੇ ਕਈ ਦਫਾ ਸਿੰਘ ਕੋਈ ਗੁਪਤ ਰਸਤਿਆਂ ਦੇ ਦੁਆਰਾ ਬਾਹਰ ਜਾਂਦੇ ਹਨ ਅਤੇ ਨੇੜ ਦੇ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਕੋਈ ਖਾਣ ਪੀਣ ਦੀਆਂ ਚੀਜ਼ਾਂ ਅੰਨ ਦਾਣਾ ਆਦਿ ਲੈ ਕੇ ਆਉਂਦੇ ਹਨ। कई दफ़ा जाण दे वक्त या आउण दे वक्त इन्हां तुरकां अते पहाड़ियां दीयां फौजां दे नाल टाकरा भी हो जाता है। इन्हां दे नाल मुकाबला करके सिंह वापस श्री आनंदपुर साहिब दे विच आ जाते हैं। एक बार धन गुरु गोबिंद सिंह जी महाराज जियां दे हुक्म तो बिना ही कुछ क गुरु के योधे सूरमे अपने आप ही सलाह करके वो रस्तां वस्तां लैण दे वास्ते श्री आनंदपुर साहिब तो बाहर आए। तां जिन्हां दी खबर पहाड़ियां अते मुगलों नूं लग जाती है, जद वो रस्ता वापस लैके आए उस रस्ते ताईं अंदर वड़न लगे। चारे पासों घेरा पाया होया सी ते इन्हां तुरकां अते पहाड़ियां ने ऐसा हमला किया कि एक घाटे नूं रोक के इस घाटे ते ही
ਸਿੰਘਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਭਾਵੇਂ ਇਹਨਾਂ ਸਿੰਘਾਂ ਨੇ ਬੜੀ ਬਹਾਦਰੀ ਦੇ ਨਾਲ, ਦਲੇਰੀ ਦੇ ਨਾਲ ਜੰਗ ਕੀਤਾ, ਬਹੁਤ ਸਾਰੇ ਤੁਰਕਾਂ ਪਠਾਣਾਂ ਨੂੰ ਇਸ ਸਥਾਨ 'ਤੇ ਮੌਤ ਦੇ ਘਾਟ ਉਤਾਰ ਦਿੱਤਾ, ਪਰ ਆਖਰ ਦੇ ਵਿੱਚ ਇਹ ਸਾਰੇ ਦੇ ਸਾਰੇ ਸਿੰਘ ਇਹ ਵੀ ਸ਼ਹੀਦ ਹੋ ਜਾਂਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੂੰ ਪਤਾ ਚੱਲਿਆ ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਆਪਣੇ ਯੋਧੇ ਸੂਰਮਿਆਂ ਦੇ ਵਿੱਚ, ਆਪਣੇ ਸਿੰਘਾਂ ਦੇ ਵਿੱਚ ਇਹ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਵੀ ਯੋਧਾ ਸੂਰਮਾ ਬਾਹਰ ਅੰਨ ਦਾਣਾ ਲੈਣ ਦੇ ਵਾਸਤੇ ਨਹੀਂ ਜਾਵੇਗਾ। ਤਾਂ ਹੁਣ ਕਈ ਮਹੀਨੇ ਹੋ ਚੁੱਕੇ ਸਨ ਘੇਰਾ ਪਾਏ ਹੋਏ ਨੂੰ, ਤਾਂ ਖਾਣ ਪੀਣ ਦੇ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਯੋਧੇ ਸੂਰਮਿਆਂ ਦੇ ਪਾਸ ਕੋਈ ਵੀ ਅੰਨ ਦਾਣਾ ਵਸਤੂ ਨਹੀਂ ਸੀ। ਭੁੱਖ ਦੇ ਦੁੱਖ ਦੇ ਨਾਲ ਵਿਆਕੁਲ ਹੋ ਕੇ ਇਹਨਾਂ ਸਿੰਘਾਂ ਨੇ ਬਹੁਤ ਸਾਰੇ ਦਰਖਤਾਂ ਦੇ ਪੱਤੇ ਸੂਤ ਕੇ ਅਤੇ ਇਹਨਾਂ ਦਰਖਤਾਂ ਦੀ ਛਿੱਲ ਉਤਾਰ ਕੇ ਇਹਨਾਂ ਨੂੰ ਉਬਾਲ ਕੇ ਖਾਣਾ ਕੀਤਾ ਆਪਣੇ ਪ੍ਰਾਣਾਂ ਦੀ ਰੱਖਿਆ ਦੇ ਵਾਸਤੇ। ਇੱਕ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਹਰਲੇ ਪਾਸੇ ਟਹਿਲਦੇ ਹੋਏ ਕੁਝ ਕੁ ਸੇਵਾਦਾਰਾਂ ਦੇ ਨਾਲ, ਤਾਂ ਇਹ ਦੇਖਦੇ ਹਨ, ਦਰਖਤਾਂ ਦੇ ਵੱਲ ਦੇਖ ਕੇ ਪੁੱਛਣਾ ਕੀਤਾ ਕਿ ਭਾਈ ਇਹਨਾਂ ਬਿਰਛਾਂ ਦੇ ਪੱਤੇ ਸੂਤੇ ਗਏ ਹਨ, ਇਹਨਾਂ ਦੀ ਛਿੱਲ ਉਤਾਰੀ ਪਈ ਹੈ, ਕਿਸ ਤਰ੍ਹਾਂ ਹੋ ਗਿਆ ਹੈ, ਇਹ ਕੀ ਕਾਰਨ ਹੈ? ਤਾਂ ਨਾਲ ਦੇ ਸੇਵਾਦਾਰ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਣ ਕਿੰਨਾ ਸਮਾਂ ਹੋ ਗਿਆ ਇੱਥੇ ਤੁਰਕਾਂ ਅਤੇ ਮੁਗਲਾਂ ਨੇ, ਪਹਾੜੀ ਰਾਜਿਆਂ ਨੇ ਘੇਰਾ ਪਾਇਆ ਹੋਇਆ ਹੈ ਔਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਾਹਰ ਕੋਈ ਜਾ ਨਹੀਂ ਸਕਦਾ, ਬਾਹਰੋਂ ਕੋਈ ਅੰਦਰ ਨਹੀਂ ਆ ਸਕਦਾ। ਤਾਂ ਅੰਨ ਦਾਣਾ ਖਤਮ ਹੋਣ 'ਤੇ ਇਹਨਾਂ ਸਿੰਘਾਂ ਨੇ ਵਿਆਕੁਲ ਹੋ ਕੇ ਹੁਣ ਕਈ ਦਿਨ ਭੁੱਖੇ ਰਹਿ ਕੇ ਫਿਰ ਇਹਨਾਂ ਦਰਖਤਾਂ ਦੇ ਪੱਤੇ ਸੂਤ ਕੇ ਛਿੱਲਾਂ ਉਤਾਰ ਕੇ ਇਹਨਾਂ ਨੂੰ ਉਬਾਲ ਕੇ ਰਿੰਨ ਕੇ ਖਾਣਾ ਕੀਤਾ ਹੈ ਆਪਣੇ ਪ੍ਰਾਣਾਂ ਦੀ ਰੱਖਿਆ ਦੇ ਵਾਸਤੇ। ਸਤਿਗੁਰਾਂ ਉਸ ਦਿਨ ਤੋਂ ਫਿਰ ਇਹ ਹੁਕਮ ਦੇ ਦਿੱਤਾ ਕਿ ਦੇਖੋ ਇਹ ਭੋਜਨ ਦੇ ਨਾਲ ਤੇ ਰੋਗੀ ਹੋ ਜਾਈਦਾ ਹੈ, ਐਸਾ ਭੋਜਨ ਖਾ ਕੇ ਸਰੀਰ ਰੋਗੀ ਹੋ ਜਾਂਦੇ ਹਨ। ਅੱਜ ਤੋਂ ਬਾਅਦ ਇਹ ਯੋਧੇ ਸੂਰਮਿਆਂ ਨੂੰ ਹੁਕਮ ਕਰ ਦੇਵੋ ਕਿ ਐਸਾ ਭੋਜਨ ਨਹੀਂ ਛਕਣਾ ਹੈ। ਇਹਨਾਂ ਦਰਖਤਾਂ ਦੀਆਂ ਸਿੱਲਾਂ ਅਤੇ ਪੱਤੇ ਆਦਿ ਸੂਤ ਕੇ ਕਿਸੇ ਨੇ ਨਹੀਂ ਖਾਣੇ। ਤਾਂ ਉਹ ਗੁਰਸਿੱਖ ਵਿਚਾਰੇ ਉਹ ਉਸੇ ਤਰ੍ਹਾਂ ਹੀ ਗੁਰਬਾਣੀ ਦੇ ਆਸਰੇ, ਨਾਮ ਬਾਣੀ ਦੇ ਆਸਰੇ ਦਿਨ ਕੱਟੀ ਕਰਦੇ ਹਨ। ਤਾਂ ਇਸੇ ਤਰ੍ਹਾਂ ਕਾਫੀ ਸਮਾਂ ਬਤੀਤ ਹੋਇਆ ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਇਹ ਬੜੇ ਕਰੜੇ ਪਰਚੇ ਉਹਨਾਂ ਟਾਈਮਾਂ 'ਤੇ, ਉਹਨਾਂ ਸਮਿਆਂ 'ਤੇ ਗੁਰਸਿੱਖਾਂ ਦੇ ਉੱਪਰ ਪਾਏ ਹੋਏ ਸਨ। ਜਿਸ ਟਾਈਮ ਬਾਬਾ ਬੁੱਢਾ ਜੀਆਂ ਦੀ ਅੰਸ਼ ਵੰਸ਼ ਦੇ ਵਿੱਚੋਂ ਭਾਈ ਰਾਮ ਕੌਰ ਜੀ ਆਏ ਸਨ, ਉਹਨਾਂ ਨੇ ਵੀ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਇੰਨੇ ਦਿਨ ਇਹ ਸਿੰਘ ਭੁੱਖੇ ਬਤੀਤ ਕਰਦੇ ਹਨ, ਉਸ ਤੋਂ ਬਾਅਦ ਕਿਤੇ ਕੋਈ ਪਾਈਆ ਪਾ ਅੰਨ ਇਹਨਾਂ ਨੂੰ ਪ੍ਰਾਪਤ ਹੁੰਦਾ ਹੈ, ਅਤੇ ਇਹ ਤਾਂ ਭੋਜਨ ਪਾਣੀ ਤੋਂ ਬਿਨੇ ਤੇ ਸਰੀਰ ਦੀ ਬੁਰੀ ਹਾਲਤ ਹੋ ਜਾਂਦੀ ਹੈ। ਜੇਕਰ ਇੱਕ ਦਿਨ ਵੀ ਭੋਜਨ ਪਾਣੀ ਨਾ ਮਿਲੇ ਤੇ ਇਨਸਾਨ ਦੀ ਸੁੱਧ ਬੁੱਧ ਚਲੀ ਜਾਂਦੀ ਹੈ, ਵਿਸਰ ਜਾਂਦੀ ਹੈ। ਤੇ ਇਹਨਾਂ ਨੂੰ ਇੰਨੇ ਦਿਨ ਭੁੱਖਿਆਂ ਬਤੀਤ ਹੋ ਗਏ, ਇਹ ਤੇ ਬੜੇ ਧੰਨਤਾ ਦੇ ਯੋਗ ਹਨ। ਤਾਂ ਇਹ ਕੇਵਲ ਤੇ ਕੇਵਲ ਸੱਚੇ ਪਾਤਸ਼ਾਹ ਮੇਰੇ ਮਨ ਦੇ ਵਿੱਚ ਤੇ ਇਹੀ ਵਿਚਾਰ ਆਉਂਦੀ ਹੈ ਕਿ ਆਪ ਜੀਆਂ ਦੇ ਦਰਸ਼ਨਾਂ ਦੇ ਆਸਰੇ ਹੀ ਦਿਨ ਕੱਟ ਰਹੇ ਹਨ, ਨਹੀਂ ਤੇ ਕੋਈ ਵੀ ਦੁਨਿਆਵੀ ਆਦਮੀ, ਕੋਈ ਵੀ ਦੁਨੀਆਦਾਰ ਇੰਨੇ ਦਿਨ ਭੁੱਖੇ ਕਦੇ ਦਿਨ ਨਹੀਂ ਕੱਟ ਸਕਦਾ, ਉਹ ਆਪਣੇ ਸਰੀਰ ਦੇ ਪ੍ਰਾਣ ਤਿਆਗ ਦੇਵੇਗਾ। ਤਾਂ ਹੁਣ ਜਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਵਿਰਛਾਂ ਦੇ ਪੱਤਿਆਂ ਅਤੇ ਸਿਲਾਂ ਤੋਂ ਵੀ ਰੋਕ ਦਿੱਤਾ, ਤਾਂ ਕੁਝ ਕੁ ਪ੍ਰੇਮੀ ਵਿਆਕੁਲ ਹੋਏ। ਇਹ ਮਾਤਾ ਗੁਜਰ ਕੌਰ ਜੀਆਂ ਦੇ ਪਾਸ ਜਾ ਕੇ ਸਾਰੇ ਬੇਨਤੀ ਕਰਦੇ ਹਨ ਕਿ ਮਾਤਾ ਜੀ ਹੁਣ ਤੁਸੀਂ ਆਪਣੇ ਸਪੁੱਤਰ ਨੂੰ ਸਮਝਾਉਣਾ ਕਰੋ, ਗੁਰੂ ਮਹਾਰਾਜ ਜੀਆਂ ਨੂੰ ਸਮਝਾਉਣਾ ਕਰੋ, ਦੱਸਣਾ ਕਰੋ, ਸਾਡੇ ਵੱਲੋਂ ਵੀ ਬੇਨਤੀ ਕਰੋ ਕਿ ਦੇਖੋ ਹੁਣ ਇੰਨੇ ਦਿਨ ਹੋ ਗਏ ਇਹਨਾਂ ਤੁਰਕਾਂ ਪਠਾਣਾਂ ਨੇ ਘੇਰਾ ਪਾਇਆ ਹੋਇਆ ਹੈ,
ਜੇਕਰ ਆਪਣੇ ਯੋਧੇ ਸੂਰਮਿਆਂ ਤੋਂ ਜੰਗ ਆਦਿ ਦੇ ਵੱਡੇ ਵੱਡੇ ਕਾਰਜ ਕਰਾਉਣੇ ਹਨ ਤਾਂ ਇਹਨਾਂ ਨੂੰ ਖਾਣ ਪੀਣ ਦੇ ਵਾਸਤੇ ਭੋਜਨ ਪਾਣੀ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਦੇਖੋ ਨਾ, ਇਹਨਾਂ ਦੇ ਸਰੀਰ ਰੋਟੀ ਤੋਂ ਬਿਨਾ ਭੋਜਨ ਤੋਂ ਬਿਨਾ ਕੇਵਲ ਤੇ ਕੇਵਲ ਹੱਡੀਆਂ ਦੇ ਪਿੰਜਰੇ ਬਣ ਕੇ ਰਹਿ ਗਏ ਹਨ। ਸਾਰੇ ਗੁਰਸਿੱਖਾਂ ਦੇ ਸਰੀਰ ਐਸੇ ਕਿਰਸ ਦੁਬਲੇ ਕਿਰਸ ਹੋ ਚੁੱਕੇ ਹਨ ਕਿ ਇਹਨਾਂ ਦੇ ਸਰੀਰਾਂ ਦੀਆਂ ਹੱਡੀਆਂ ਵੀ ਬਾਹਰ ਦਿਖਣ ਲੱਗ ਗਈਆਂ ਹਨ। ਤਾਂ ਮਾਤਾ ਜੀਆਂ ਦੇ ਪਾਸ ਬਹੁਤ ਸਾਰੀਆਂ ਬੇਨਤੀਆਂ ਕੀਤੀਆਂ ਤਾਂ ਮਾਤਾ ਜੀਆਂ ਨੂੰ ਨਾਲ ਹੀ ਲੈ ਕੇ ਸਤਿਗੁਰਾਂ ਦੇ ਪਾਸ ਆਏ। ਮਾਤਾ ਜੀਆਂ ਨੇ ਸਤਿਗੁਰਾਂ ਦੇ ਪਾਸ ਆ ਕੇ ਇਹਨਾਂ ਵੱਲੋਂ ਸਾਰੀ ਬੇਨਤੀ ਕੀਤੀ ਕਿ ਇਉਂ ਕਰਕੇ ਆਪਾਂ ਨੂੰ ਇਹਨਾਂ ਯੋਧਾ ਸੂਰਮਿਆਂ ਤੋਂ ਵੱਡੇ ਵੱਡੇ ਜੰਗਾਂ ਆਦਿ ਦੇ ਕਾਰਜ ਕਰਵਾਉਣੇ ਹਨ ਅਤੇ ਇਹਨਾਂ ਦੇ ਭੋਜਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸਤਿਗੁਰੂ ਕਹਿਣ ਲੱਗੇ ਕਿ ਮਾਤਾ ਜੀ, ਜੋ ਪੂਜਾ ਦਾ ਧਨ ਹੈ ਇਹ ਬਿਖ ਦੇ ਸਮਾਨ ਹੈ। ਇਸ ਤੋਂ ਚੰਗਾ ਹੈ ਕਿ ਭੁੱਖਿਆਂ ਰਹਿ ਕੇ ਹੀ ਦਿਨ ਬਤੀਤ ਕੀਤਾ ਜਾਵੇ। ਬਿਖ ਖਾਣ ਤੋਂ ਚੰਗਾ ਹੈ ਕਿ ਭੁੱਖਿਆ ਰਹਿ ਕੇ ਕੁਝ ਕੁ ਸਮਾਂ ਬਤੀਤ ਕਰ ਲਿਆ ਜਾਵੇ। ਉਧਰ ਤੁਰਕਾਂ ਅਤੇ ਪਹਾੜੀਆਂ ਦੀਆਂ ਫੌਜਾਂ ਦੇ ਵਿੱਚ ਕੀ ਗੱਲਾਂ ਚੱਲ ਰਹੀਆਂ ਹਨ। ਉਧਰਲੇ ਪਾਸੇ ਇਹ ਹੋ ਰਿਹਾ ਹੈ ਕਿ ਪਹਾੜੀ ਰਾਜੀ ਆਪਸ ਵਿੱਚ ਬੈਠ ਕੇ ਸਲਾਹਾਂ ਕਰਦੇ ਹਨ, ਵਿਚਾਰਾਂ ਕਰਦੇ ਹਨ ਕਿ ਕਈ ਮਹੀਨੇ ਹੋ ਗਏ, ਤਕਰੀਬਨ 6-7 ਮਹੀਨੇ ਹੋ ਗਏ ਘੇਰਾ ਪਾਏ ਹੋਏ ਨੂੰ, ਆਪਣਾ ਅਜੇ ਤੱਕ ਕੋਈ ਵੀ ਕਾਰਜ ਸਰਿਆ ਨਹੀਂ ਹੈ, ਜਿੱਤੇ ਆਪਾਂ ਨੂੰ ਪ੍ਰਾਪਤ ਨਹੀਂ ਹੋਈ ਹੈ। ਅਤੇ ਇਹਨਾਂ ਤੁਰਕਾਂ ਦੀਆਂ ਫੌਜਾਂ ਦਾ ਜੋ ਪ੍ਰਬੰਧ ਕਰਨਾ ਹੈ ਸਾਰੇ ਦਾ ਸਾਰਾ ਆਪਣੇ ਜ਼ਿੰਮੇ ਹੈ। ਲੱਖਾਂ ਰੁਪਈਆਂ ਦਾ ਖਰਚ ਹਰ ਰੋਜ਼ ਹੁੰਦਾ ਹੈ ਇਹਨਾਂ ਫੌਜਾਂ ਦਾ। ਇਹਨਾਂ ਦੇ ਸਭਨਾਂ ਦੇ ਵਾਸਤੇ ਭੋਜਨ ਪਾਣੀ ਆਦਿ ਦਾ ਪ੍ਰਬੰਧ ਕਰਨਾ ਪੈਂਦਾ ਹੈ। ਭੋਜਨ ਪਕਾਉਣ ਦੇ ਵਾਸਤੇ ਲੱਕੜਾਂ ਆਦਿ ਬਹੁਤ ਸਾਰਾ ਹੋਰ ਸਾਜੋ ਸਮਾਨ ਚਾਹੀਦਾ ਹੁੰਦਾ ਹੈ। ਫਿਰ ਘੋੜਿਆਂ ਦੇ ਵਾਸਤੇ ਦਾਣਾ ਆਦਿ ਘਾਹ ਆਦਿ ਇਸ ਦੀ ਜ਼ਰੂਰਤ ਪੈਂਦੀ ਹੈ, ਸਾਰਾ ਆਪਣੇ ਜ਼ਿੰਮੇ ਹੈ। ਅਤੇ ਇਹ ਆਪਸ ਵਿੱਚ ਵਿਚਾਰਾਂ ਕਰਦੇ ਹਨ ਕਿ ਇਹਨਾਂ ਤੁਰਕਾਂ ਦੀਆਂ ਫੌਜਾਂ ਲੱਖਾਂ ਦੀ ਗਿਣਤੀ ਦੇ ਵਿੱਚ ਆਈਆਂ ਅਤੇ ਬਹੁਤ ਸਾਰੀਆਂ ਫਸਲਾਂ ਦਾ ਇਹਨਾਂ ਨੇ ਆਉਂਦਿਆਂ ਹੀ ਨਾਸ ਕਰ ਦਿੱਤਾ ਹੈ। ਅੱਗੇ ਨਹੀਂ ਕੋਈ ਇੱਥੇ ਖੇਤੀ ਨਹੀਂ ਕਰ ਸਕਦਾ। ਇਉਂ ਪ੍ਰਤੀਤ ਹੁੰਦਾ ਹੈ ਕਿ ਇਸ ਪਹਾੜੀ ਦੇਸ਼ ਦੇ ਉੱਪਰ, ਪਹਾੜੀ ਇਲਾਕੇ ਦੇ ਉੱਪਰ ਬੜਾ ਕਸ਼ਟ ਦਾ ਵਿਪਤਾ ਦਾ ਸਮਾਂ ਆਇਆ ਹੈ। ਇਸ ਤੋਂ ਚੰਗਾ ਹੈ ਕਿ ਆਪਾਂ ਗੁਰੂ ਜੀ ਦੇ ਪਾਸ ਬੇਨਤੀ ਕਰਕੇ ਇੱਕ ਵਾਰ ਆਨੰਦਪੁਰ ਖਾਲੀ ਕਰਾ ਲਈਏ। ਬਾਅਦ ਦੇ ਵਿੱਚ ਦੇਖੀ ਜਾਵੇਗੀ ਇਹ ਪਹਾੜੀਆਂ ਦੀਆਂ ਫੌਜਾਂ, ਇਹ ਤੁਰਕਾਂ ਦੀਆਂ ਫੌਜਾਂ ਵੀ ਵਾਪਸ ਚਲੀਆਂ ਜਾਣਗੀਆਂ। ਇਸ ਤਰ੍ਹਾਂ ਵਿਚਾਰਾਂ ਕਰਕੇ ਪਹਾੜੀ ਰਾਜਿਆਂ ਨੇ ਕਈ ਦਫਾ ਆਪਣੇ ਵਜ਼ੀਰ ਚਿੱਠੀਆਂ ਲਿਖ ਲਿਖ ਕੇ ਗੁਰੂ ਮਹਾਰਾਜ ਜੀਆਂ ਦੇ ਪਾਸ ਪਹੁੰਚਾਏ, ਭੇਜੇ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਇਹਨਾਂ ਦੀਆਂ ਚਿੱਠੀਆਂ ਪੜ੍ਹ ਕੇ ਜਵਾਬ ਦੇ ਦਿੱਤਾ ਕਿ ਤੁਹਾਡਾ ਕੱਚੀ ਮਤ ਵਾਲਿਆਂ ਦਾ ਕੋਈ ਵਿਸ਼ਵਾਸ ਐਤਵਾਰ ਨਹੀਂ ਹੈ। ਫਿਰ ਇਹਨਾਂ ਦੀਆਂ ਚਿੱਠੀਆਂ ਆਈਆਂ ਅਤੇ ਇਸ ਦਾ ਪਤਾ ਬਹੁਤੇ ਸਿੰਘਾਂ ਨੂੰ ਨਹੀਂ ਲੱਗਣ ਦਿੱਤਾ। ਬਹੁਤੇ ਸਿੰਘਾਂ ਦੇ ਵਿੱਚ ਇਹ ਗੱਲ ਵਿਦਿਤ ਨਹੀਂ ਹੋਣ ਦਿੱਤੀ। ਮੇਨ ਗੁਰਸਿੱਖਾਂ ਨੂੰ ਹੀ ਇਸ ਗੱਲ ਦੇ ਬਾਰੇ ਪਤਾ ਸੀ। ਤਾਂ ਇੱਕ ਦਿਨ ਪਹਾੜੀ ਰਾਜਿਆਂ ਦਾ ਭੀਮ ਚੰਦ ਦਾ ਭੇਜਿਆ ਹੋਇਆ ਪੰਮਾ ਵਜ਼ੀਰ ਉਹ ਗੁਰੂ ਮਹਾਰਾਜ ਜੀਆਂ ਦੇ ਲੱਗੇ ਹੋਏ ਦਰਬਾਰ ਦੇ ਵਿੱਚ ਹੀ ਪਹੁੰਚ ਜਾਂਦਾ ਹੈ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਇੱਕ ਦਿਨ ਸਿੰਘਨ ਲਗਿਓ ਦੀਵਾਨਾ। ਇੱਕ ਦਿਨ ਦੀ ਵਿਚਾਰ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਦਰਬਾਰ ਸਜਿਆ ਹੋਇਆ ਸੀ, ਦੀਵਾਨ ਲੱਗਿਆ ਸੀ। ਬਹੁਤ ਸਾਰੇ ਯੋਧੇ ਸੂਰਮੇ ਉਹ ਗੁਰੂ ਕੇ ਚਰਨਾਂ ਦੇ ਵਿੱਚ ਸੁਭਾਏਮਾਨ ਸਨ। ਸਭ ਮੈਂ ਆਵਤ ਭਾ ਪਰਵਾਨਾ। ਤਾਂ ਪਹਾੜੀ ਰਾਜਿਆਂ ਦੀ ਭੇਜੀ ਹੋਈ ਚਿੱਠੀ ਉਹ ਭਰੇ ਦਰਬਾਰ ਦੇ ਵਿੱਚ ਹੀ ਪਹੁੰਚ ਜਾਂਦੀ ਹੈ। ਲੈ ਕੇ ਪੰਮਾ ਤਿੰਨੋ ਅਮਾਤ। ਪਹਾੜੀ ਰਾਜਿਆਂ ਦੇ ਵਿੱਚੋਂ ਜੋ ਪਹਾੜੀਆਂ ਦਾ ਮੁਖੀ ਸੀ ਭੀਮ ਚੰਦ ਕਹਿਲੂਰੀਆ, ਇਸ ਦਾ ਵਜ਼ੀਰ ਪੰਮਾ ਨਾਮ ਕਰਕੇ ਉਹ ਚਿੱਠੀ ਲੈ ਕੇ
ਗੁਰੂ ਮਹਾਰਾਜਿਆਂ ਦੇ ਭਰੇ ਦਰਬਾਰ ਦੇ ਵਿੱਚ ਹੀ ਪਹੁੰਚ ਜਾਂਦਾ ਹੈ। ਕਰਤ ਸ਼ਬਦ ਕੋ ਪਾਖਤ ਬਾਤ, ਉਹਨੇ ਸਤਿਗੁਰਾਂ ਦੇ ਅੱਗੇ ਚਿੱਠੀ ਰੱਖ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਪਹਾੜੀ ਰਾਜੇ ਇਸ ਤਰ੍ਹਾਂ ਕਰਕੇ ਆਪ ਜੀਆਂ ਨੂੰ ਬੇਨਤੀ ਕਰਦੇ ਹਨ। ਇਹ ਰਾਜਨ ਕੇ ਮਨ ਛਲ ਕੋਈ, ਫਿਰ ਪੰਮੇ ਵਜ਼ੀਰ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਣ ਪਹਾੜੀ ਰਾਜਿਆਂ ਦੇ ਮਨ ਦੇ ਵਿੱਚ ਕੋਈ ਬਲ ਛਲ ਕਪਟ ਆਦ ਨਹੀਂ ਰਿਹਾ। ਚਾਹੇ ਕਿ ਜੰਗ ਸਮਾਪਤ ਹੋਈ, ਹੁਣ ਇੰਨਾ ਸਮਾਂ ਹੋ ਗਿਆ, ਕਈ ਦਫਾ ਪਹਿਲਾਂ ਵੀ ਜੰਗ ਹੋ ਚੁੱਕਿਆ ਹੈ। ਹੁਣ 6-7 ਮਹੀਨੇ ਹੁਣ ਜੰਗ ਲੱਗੇ ਨੂੰ ਹੋ ਗਏ ਹਨ। ਹੋਰ ਹੁਣ ਉਹ ਇਸ ਜੰਗ ਤੋਂ ਅੱਕ ਕੇ ਆਪ ਜੀਆਂ ਦੇ ਪਾਸ ਇਹੀ ਬੇਨਤੀ ਕਰਦੇ ਹਨ ਕਿ ਸੱਚੇ ਪਾਤਸ਼ਾਹ ਕਿਵੇਂ ਨਾ ਕਿਵੇਂ ਇਹ ਜੰਗ ਹੁਣ ਸਮਾਪਤ ਹੋ ਜਾਵੇ। ਪਠਿਓ ਸਵਨ ਮੈਂ ਸੋਨੇ ਸੁਪਾਂਤੀ, ਤਾਂ ਜਦ ਇਹ ਪੰਮੇ ਵਜ਼ੀਰ ਨੇ ਬੇਨਤੀ ਕੀਤੀ ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਇਹ ਚਿੱਠੀ ਸਾਰੇ ਭਰੇ ਦਰਬਾਰ ਦੇ ਵਿੱਚ ਇੱਕ ਸਿੰਘ ਦੇ ਪਾਸੋਂ ਪੜਾਉਣਾ ਕੀਤੀ। ਕਰਕੇ ਧਰਮ ਲਿਖੀ ਹਮ ਪਾਤੀ, ਪਹਿਲੀਆਂ ਜੋ ਚਿੱਠੀਆਂ ਆਈਆਂ ਸਨ ਉਹ ਤੇ ਗੁਪਤ ਹੀ ਸਨ, ਕੁਝ ਕੁ ਗੁਰਸਿੱਖਾਂ ਨੂੰ ਪਤਾ ਸੀ, ਪਰ ਇਹ ਚਿੱਠੀ ਦਰਬਾਰ ਦੇ ਵਿੱਚ ਆਈ ਤੇ ਸਤਿਗੁਰਾਂ ਨੇ ਸਾਰੇ ਦਰਬਾਰ ਦੇ ਵਿੱਚ ਇੱਕ ਸਿੰਘ ਦੇ ਪਾਸੋਂ ਪੜਾਉਣਾ ਕੀਤੀ। ਔਰ ਜਿਸ ਸਿੰਘ ਨੇ ਇਹ ਪੜ੍ਹ ਕੇ ਸੁਣਾਇਆ ਕਿ ਪਹਾੜੀ ਰਾਜੇ ਇਹ ਬੇਨਤੀਆਂ ਕਰਦੇ ਹਨ ਕਿ ਸੱਚੇ ਪਾਤਸ਼ਾਹ ਸਾਨੂੰ ਆਪਣੇ ਧਰਮ ਦੀ ਆਣ ਹੈ, ਧਰਮ ਦੀ ਸਹੁੰ ਹੈ, ਅਸੀਂ ਆਪਣੇ ਮਨ ਦੇ ਵਿੱਚ ਕੋਈ ਛਲ ਕਪਟ ਨਹੀਂ ਰੱਖਦੇ, ਤੁਸੀਂ ਸਾਡੇ ਵਾਸਤੇ ਇੱਕ ਵਾਰ ਸ਼੍ਰੀ ਅਨੰਦਪੁਰ ਸਾਹਿਬ ਖਾਲੀ ਕਰ ਜਾਵੋ। ਜੇ ਤੱਕ ਸਮਾਜ ਆਦ ਧਨ ਪਾਰੇ, ਔਰ ਜਿੰਨਾ ਕੁ ਆਪ ਜੀਆਂ ਦਾ ਸਾਜੋ ਸਮਾਨ ਹੈ ਇਹ ਸਾਰੇ ਦਾ ਸਾਰਾ ਸਾਜੋ ਸਮਾਨ ਆਪ ਜੀ ਇੱਥੋਂ ਲਿਜਾ ਸਕਦੇ ਹੋ। ਲੈ ਕਰ ਨਿਕਸੋ ਸਭ ਸੰਭਾਰੇ, ਔਰ ਆਪਣਾ ਸਾਰਾ ਸਾਜੋ ਸਾਜ ਸੰਭਾਲ ਕੇ ਇੱਕ ਵਾਰ ਆਨੰਦਪੁਰ ਸਾਹਿਬ ਤੋਂ ਚਲੇ ਜਾਵੋ। ਜਿਤ ਚਿਤ ਬਾਛੋ ਤਿਤੈ ਪਨਿਆਨੋ, ਜਿੱਧਰ ਨੂੰ ਆਪ ਜੀਆਂ ਦਾ ਮਨ ਹੈ ਨਾ ਉਧਰਲੇ ਪਾਸੇ ਹੀ ਆਪ ਚਲੇ ਜਾਵੋ। ਤੁਰ ਕਰੋ ਹਮ ਤੇ ਸ਼ੰਕ ਨਾ ਮਾਨੋ, ਇਹ ਬਾਰ-ਬਾਰ ਬੇਨਤੀਆਂ ਕਰਦੇ ਹਨ, ਚਿੱਠੀਆਂ ਦੇ ਵਿੱਚ ਵੀ ਲਿਖਦੇ ਹਨ ਕਿ ਸਾਡੇ ਪਾਸੋਂ ਅਤੇ ਤੁਰਕਾਂ ਦੀਆਂ ਫੌਜਾਂ ਦੇ ਪਾਸੋਂ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੰਕਾ ਨਾ ਕਰੋ, ਇੱਕ ਵਾਰ ਆਨੰਦਪੁਰ ਖਾਲੀ ਕਰ ਜਾਵੋ ਤਾਂ ਕਿ ਸਾਡੀ ਵੀ ਇੱਜ਼ਤ ਆਬਰੋ ਇਸ ਦੁਨੀਆ ਦੇ ਵਿੱਚ ਰਹਿ ਜਾਵੇ, ਨਹੀਂ ਤੇ ਸਾਰੇ ਦੇਸ਼ ਦੇ ਵਿੱਚ ਸਾਡੀ ਬੜੀ ਬਦਨਾਮੀ ਹੋਵੇਗੀ, ਅਸੀਂ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਾਂਗੇ। ਇੰਨਾ ਸਮਾਂ ਹੋ ਗਿਆ, ਇੰਨੀਆਂ ਵੱਡੀਆਂ ਫੌਜਾਂ ਲੈ ਕੇ ਸੱਚੇ ਪਾਤਸ਼ਾਹ ਅਸੀਂ ਤੁਹਾਨੂੰ ਥੋੜ੍ਹੇ ਜਿਹੇ ਯੋਧੇ ਸੂਰਮਿਆਂ ਦੇ ਸਮੇਤ ਵੀ ਜਿੱਤ ਨਹੀਂ ਸਕੇ, ਸਾਡੀ ਬੜੀ ਬਦਨਾਮੀ ਇਸ ਦੇਸ਼ ਦੇ ਵਿੱਚ ਹੋਵੇਗੀ, ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਵਾਂਗੇ। ਤੇ ਸਾਡੀ ਇਹ ਬੇਨਤੀ ਨੂੰ ਪ੍ਰਵਾਨ ਕਰੋ ਕਿ ਇੱਕ ਵਾਰ ਆਨੰਦਪੁਰ ਸਾਹਿਬ ਨੂੰ ਖਾਲੀ ਕਰ ਦੇਵੋ, ਔਰ ਕਿਸੇ ਵੀ ਤਰ੍ਹਾਂ ਦਾ ਸ਼ੰਕਾ ਪਹਾੜੀਆਂ ਅਤੇ ਤੁਰਕਾਂ ਦੀਆਂ ਫੌਜਾਂ ਦੇ ਉੱਪਰ ਨਾ ਕਰਨਾ। ਤਿਸ ਜਿਤ ਕਹੋ ਛੋੜ ਦੇ ਰਾਹੂ, ਫਿਰ ਬੇਨਤੀ ਕਰਦੇ ਹਨ ਕਿ ਤੁਸੀਂ ਜਿਸ ਦਿਸ਼ਾ ਦੇ ਵੱਲ ਵੀ ਕਹੋਗੇ ਨਾ ਉਧਰਲੇ ਪਾਸੇ ਹੀ ਅਸੀਂ ਰਸਤਾ ਖਾਲੀ ਕਰਵਾ ਦੇਵਾਂਗੇ, ਰਾਹ ਛੱਡ ਦੇਵਾਂਗੇ, ਕਿਉਂਕਿ ਚਾਰੇ ਪਾਸਿਆਂ ਤੋਂ ਕਈ ਮਹੀਨਿਆਂ ਤੋਂ ਤੁਰਕਾਂ ਪਹਾੜੀਆਂ ਦੀਆਂ ਫੌਜਾਂ ਨੇ ਬੜਾ ਸਖਤ ਘੇਰਾ ਪਾਇਆ ਹੋਇਆ ਸੀ। ਕੋਈ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਾਹਰ ਨਹੀਂ ਆ ਸਕਦਾ ਸੀ, ਕੋਈ ਬਾਹਰੋਂ ਅੰਦਰ ਨਹੀਂ ਜਾ ਸਕਦਾ ਸੀ। ਇਹ ਬੇਨਤੀ ਕਰਦੇ ਆ ਕਿ ਜਿਸ ਦਿਸ਼ਾ ਦੇ ਵੱਲ ਤੁਸੀਂ ਕਹੋਗੇ ਉਸ ਦਿਸ਼ਾ ਦੇ ਵੱਲ ਅਸੀਂ ਰਸਤਾ ਖਾਲੀ ਕਰਵਾ ਦੇਵਾਂਗੇ। ਨਿਜ ਪਰਿਵਾਰ ਸਹਿਤ ਚੱਲ ਜਾਹੂ, ਤੁਸੀਂ ਆਪਣੇ ਸਾਰੇ ਪਰਿਵਾਰ ਸਾਰੇ ਸਿੰਘਾਂ ਦੇ ਸਮੇਤ ਇੱਕ ਵਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਲੇ ਜਾਵੋ। ਸੁਨ ਬੀਰਨ ਕੋ ਤੀਰਜ ਆਇਓ, ਜਦ ਇਹ ਬੇਨਤੀ ਦੀਵਾਨ ਦੇ ਵਿੱਚ ਹੋਰ ਸਾਰੀ ਸੰਗਤ ਨੇ ਸੁਣਨਾ ਕੀਤੀ ਤੇ ਯੋਧੇ ਸੂਰਮੇ ਜੋ ਕਈ ਮਹੀਨਿਆਂ ਤੋਂ ਭੁੱਖ ਦੇ ਦੁੱਖ ਨੂੰ ਬਰਦਾਸ਼ਤ ਕਰਦੇ ਹੋਏ ਬੜਾ ਆਪਣਾ ਸਮਾਂ ਬਤੀਤ ਕਰ ਰਹੇ ਸਨ ਨਾ, ਉਹਨਾਂ ਨੂੰ ਇਹ ਬਚਨ ਸੁਣ ਕੇ, ਇਹ ਪਹਾੜੀਆਂ ਦੀ ਚਿੱਠੀ ਸੁਣ ਕੇ ਕੁਝ ਕੁ ਧੀਰਜ ਆਇਆ ਕਿ ਹੁਣ ਕੋਈ
ਇਸ ਕਾਰਜ ਦਾ ਹੱਲ ਜ਼ਰੂਰ ਹੋ ਜਾਵੇਗਾ। ਸ੍ਰੀ ਗੋਜਰੀ ਟਿਗ ਜਾਏ ਬਤਾਇਓ। ਤਾਂ ਕੁਝ ਕੁ ਪ੍ਰੇਮੀਆਂ ਨੇ ਜਾ ਕੇ ਮਾਤਾ ਗੁਜਰ ਕੌਰ ਜੀਆਂ ਦੇ ਪਾਸ ਸਾਰੀ ਗੱਲਬਾਤ, ਸਾਰੀ ਵਾਰਤਾ ਇਸ ਦੀ ਬਾਣ ਵਾਲੀ ਦੱਸ ਦਿੱਤੀ। ਸ੍ਰੀ ਪ੍ਰਭ ਮਾਨੈ ਨਹਿ ਇਹ ਪਾਤੀ। ਫਿਰ ਮਾਤਾ ਜੀਆਂ ਦੇ ਪਾਸ ਇਹ ਬੇਨਤੀ ਕੀਤੀ ਕਿ ਮਾਤਾ ਜੀ ਉਹ ਪਹਾੜੀ ਤੇ ਬਾਰ-ਬਾਰ ਬੇਨਤੀਆਂ ਕਰਦੇ ਹਨ ਕਿ ਇੱਕ ਵਾਰ ਆਨੰਦਪੁਰ ਖਾਲੀ ਕਰ ਜਾਵੋ, ਤੁਹਾਨੂੰ ਸਾਡੇ ਉੱਪਰ ਕੋਈ ਸ਼ੰਕਾ ਨਾ ਕਰੋ, ਤੁਹਾਡਾ ਕੋਈ ਬਾਲ ਵੀ ਵਿੰਗਾ ਨਹੀਂ ਕਰੇਗਾ, ਕੋਈ ਹਮਲਾ ਨਹੀਂ ਕਰੇਗਾ ਤੇ ਸਾਡੀ ਇੱਜ਼ਤ ਆਬਰੂ ਦੁਨੀਆ ਦੇ ਵਿੱਚ ਰਹਿ ਜਾਵੇਗੀ। ਫਿਰ ਬੇਨਤੀਆਂ ਕਰਦੇ ਹਨ ਮਾਤਾ ਜੀ ਹੁਣ ਤੇ ਬੜਾ ਸਮਾਂ ਆਪਾਂ ਨੂੰ ਇਹ ਪ੍ਰਾਪਤ ਹੋਇਆ ਹੈ। ਤੁਮ ਬਿਨ ਕਹਿ ਨਾ ਸਕੈ ਹਿਤ ਬਾਤੀ। ਫਿਰ ਗੁਰੂ ਮਹਾਰਾਜ ਜੀ ਉਹਨਾਂ ਪਹਾੜੀਆਂ ਦੀ ਬੇਨਤੀ ਮੰਨ ਨਹੀਂ ਰਹੇ, ਉਹਨਾਂ ਨੂੰ ਜਵਾਬ ਦੇਈ ਜਾਂਦੇ ਹਨ ਤੇ ਮਾਤਾ ਜੀ ਤੁਹਾਡੇ ਤੋਂ ਬਿਨਾ ਹੁਣ ਗੁਰੂ ਮਹਾਰਾਜ ਜੀਆਂ ਦੇ ਪਾਸ ਕੋਈ ਸਾਡੇ ਹਿੱਤ ਦੀ ਗੱਲ ਕਹਿ ਵੀ ਨਹੀਂ ਸਕਦਾ। ਹਿਮ ਕੈ ਮਾਤਾ ਕੋ ਸੰਗ ਲਿਆਏ। ਇਸ ਤਰ੍ਹਾਂ ਮਾਤਾ ਜੀਆਂ ਦੇ ਪਾਸ ਬੇਨਤੀਆਂ ਕਰਕੇ ਯੋਧੇ ਸੂਰਮੇ ਮਾਤਾ ਜੀਆਂ ਨੂੰ ਆਪਣੇ ਨਾਲ ਲੈ ਕੇ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦੇ ਹਨ। ਮਨਵਾਇਓ ਚਾਤ ਸਮਦਾਏ। ਸਾਰੇ ਹੁਣ ਇਹ ਚਾਹੁੰਦੇ ਹਨ ਕਿ ਗੁਰੂ ਮਹਾਰਾਜ ਜੀਆਂ ਨੂੰ ਇਹ ਮਨਵਾਇਆ ਜਾਏ ਕਿ ਜੋ ਪਹਾੜੀਆਂ ਨੇ ਬੇਨਤੀ ਕੀਤੀ ਹੈ ਇਸ ਨੂੰ ਮੰਨ ਕੇ ਆਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਚਲੇ ਜਾਈਏ। ਸ੍ਰੀ ਗੋਜਰੀ ਬੈਠੀ ਹੋਏ ਨੇਰੇ। ਮਾਤਾ ਗੁਜਰ ਕੌਰ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪਾਸ ਹੀ ਬੈਠੇ ਹਨ। ਸਗਲ ਖਾਲਸਾ ਮਿਲ ਤਿਸ ਬੇਰੇ। ਤਾਂ ਸਾਰਾ ਖਾਲਸਾ, ਸਾਰੇ ਯੋਧੇ ਸੂਰਮੇ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰ ਹਨ। ਸ੍ਰੀ ਗੋਜਰੀ ਸੁਤ ਕੋ ਸਮਝਾਵੇ। ਤਾਂ ਮਾਤਾ ਗੁਜਰ ਕੌਰ ਜੀ ਆਪਣੇ ਲਾਲ, ਆਪਣੇ ਸੁਪੁੱਤਰ ਜਾਣੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਨਾਲ ਬਚਨ ਬਿਲਾਸ ਕਰਦੇ ਹਨ। ਅਬ ਤੋਂ ਬਾਤ ਭਲੀ ਹੋਏ ਜਾਵੇ। ਮਾਤਾ ਜੀ ਕਹਿਣ ਲੱਗੇ ਕਿ ਦੇਖੋ ਹੁਣ ਤੇ ਗੱਲ ਬੜੀ ਭਲੀ ਹੋ ਗਈ ਹੈ, ਚੰਗੀ ਹੋ ਗਈ ਹੈ। ਸਭ ਰਿਪ ਕਰਹੀ ਧਰਮ ਇਮਾਨ। ਹੁਣ ਤੇ ਕਹਿਣ ਲੱਗੇ ਕਿ ਜੋ ਦੁਸ਼ਮਣਾਂ ਦੀਆਂ ਫੌਜਾਂ ਹਨ, ਪਹਾੜੀਆਂ ਅਤੇ ਤੁਰਕਾਂ ਦੀਆਂ ਫੌਜਾਂ ਹਨ, ਇਹ ਵੀ ਆਪਣੇ ਧਰਮ ਦੀ ਸਹੁੰ ਖਾ ਕੇ ਕਹਿੰਦੇ ਹਨ ਨਿਕਸੋ ਸਵਨ ਬਚਾਵੋ ਪ੍ਰਾਨ। ਤੇ ਤੁਸੀਂ ਇਹਨਾਂ ਦੀ ਬੇਨਤੀ ਜੋ ਇਹਨਾਂ ਨੇ ਚਿੱਠੀ ਲਿਖ ਕੇ ਭੇਜੀ ਆ ਇਹ ਮੰਨ ਕੇ ਹੁਣ ਆਨੰਦਪੁਰ ਸਾਹਿਬ ਤੋਂ ਜਾਣਾ ਕਰੋ। ਸੁਖੀ ਸਾਥ ਅਰ ਤੁਮ ਸੁਖ ਪਾਵੋ। ਨਾਲ ਦੇ ਜੋ ਸਿੰਘ ਹਨ, ਯੋਧੇ ਸੂਰਮੇ ਹਨ, ਇਹ ਵੀ ਸੁਖੀ ਰਹਿਣਗੇ, ਆਪ ਵੀ ਸੁਖ ਪ੍ਰਾਪਤ ਕਰੋਗੇ। ਕਿਉਂਕਿ ਕਈ ਮਹੀਨੇ ਭੁੱਖ ਦੇ ਦੁੱਖ ਨੂੰ ਬਰਦਾਸ਼ਤ ਕਰਦੇ ਹੋਏ ਸਿੰਘ ਹੁਣ ਭੁੱਖ ਦਾ ਦੁੱਖ ਤੇ ਇੱਕ ਦਿਨ ਦਾ ਵੀ ਕੱਟਣਾ ਮੁਸ਼ਕਲ ਹੋ ਜਾਂਦਾ ਹੈ। ਫਰੀਦਾ ਮੌਤੋਂ ਭੁੱਖ ਬੁਰੀ। ਤਾਂ ਬਾਬਾ ਫਰੀਦ ਜੀਆਂ ਨੇ ਵੀ ਇਸ ਤਰ੍ਹਾਂ ਅੰਕਿਤ ਕੀਤਾ ਹੈ। ਤਾਂ ਫਿਰ ਜੇਕਰ ਆਪਾਂ ਵਿਚਾਰ ਕਰਕੇ ਦੇਖੀਏ ਕਿ ਇੱਕ ਦਿਨ ਦਾ ਭੁੱਖ ਦਾ ਦੁੱਖ ਬਹੁਤ ਬੁਰਾ ਹੈ, 2-4 ਦਿਨ ਹਫ਼ਤਾ ਕੱਟਣਾ ਪੈ ਜਾਵੇ ਤੇ ਸਰੀਰ ਚੱਲਣ ਫਿਰਨ ਤੋਂ ਕਮਜ਼ੋਰ ਹੋ ਕੇ ਰਹਿ ਜਾਂਦਾ ਹੈ। ਤਾਂ ਹੁਣ ਕਈ ਮਹੀਨੇ ਇਹਨਾਂ ਸਿੰਘਾਂ ਨੂੰ ਭੁੱਖ ਦਾ ਦੁੱਖ ਬਰਦਾਸ਼ਤ ਕਰਦੇ ਹੋਏ ਬਤੀਤ ਹੋਏ। ਇਹਨਾਂ ਦੇ ਸਰੀਰ ਭਾਵੇਂ ਬੜੇ ਕਿਰਸ ਦੁਬਲੇ ਹੋ ਚੁੱਕੇ ਸਨ, ਸਰੀਰ ਇੱਕ ਹੱਡੀਆਂ ਦਾ ਹੀ ਪਿੰਜਰਾ ਬਣ ਕੇ ਰਹਿ ਚੁੱਕੇ ਸਨ, ਜਿਨ੍ਹਾਂ ਦੇ ਵਿੱਚੋਂ ਮਾਸ ਅਤੇ ਖੂਨ ਆਦਿ ਬਿਲਕੁਲ ਖਤਮ ਹੋਣ ਤੇ ਹੀ ਆ ਚੁੱਕਿਆ ਸੀ। ਸਰੀਰ ਦੇ ਵਿੱਚੋਂ ਸਾਹਮਣੇ ਹੱਡੀਆਂ ਦਿਖਾਈ ਦੇ ਰਹੀਆਂ ਸਨ। ਐਸੀ ਹਾਲਤ ਹੋ ਚੁੱਕੀ ਸੀ ਜਿਨ੍ਹਾਂ ਦੀ ਜ਼ਿੰਦਗੀ ਕੇਵਲ ਤੇ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਦਰਸ਼ਨ ਅਤੇ ਕਿਰਪਾ ਦੇ ਆਸਰੇ ਹੀ ਸੀ। ਨਹੀਂ ਤੇ ਆਮ ਦੁਨੀਆ ਦਾ ਪ੍ਰਾਣੀ ਇੰਨਾ ਸਮਾਂ, ਇੰਨਾ ਟਾਈਮ ਭੋਜਨ ਪਾਣੀ ਤੋਂ ਬਿਨਾਂ ਕੱਟ ਨਹੀਂ ਸਕਦਾ। ਸਰੀਰ ਦੇ ਵਿੱਚੋਂ ਪ੍ਰਾਣ ਪੰਖੇਰੂ ਉੱਡ ਜਾਂਦੇ ਹਨ, ਕਿਉਂਕਿ ਇਹ ਸਰੀਰ ਅੰਨਮੇ ਕੋਸ਼ ਹੈ, ਅੰਨ ਦੇ ਆਸਰੇ ਚੱਲਦਾ ਹੈ। ਜੇਕਰ ਅੰਨ ਨਾ ਮਿਲੇ ਤੇ ਇਸ ਸਰੀਰ ਨੇ ਗਿਰ ਜਾਣਾ, ਖਤਮ ਹੋ ਜਾਣਾ ਲਾਜ਼ਮੀ ਗੱਲ ਹੈ। ਤਾਂ ਮਾਤਾ ਗੁਜਰ ਕੌਰ ਜੀਆਂ ਨੇ ਵੀ ਇਹਨਾਂ ਪ੍ਰੇਮੀਆਂ ਦੇ ਬਾਰੇ ਬੇਨਤੀ ਕੀਤੀ ਜਿਨ੍ਹਾਂ ਨੇ ਸਤਿਗੁਰਾਂ
ਦੀ ਮਾਤਾ ਜੀਆਂ ਦੇ ਪਾਸ ਜਾਣ ਕੇ ਬੇਨਤੀ ਕੀਤੀ ਸੀ। ਭੁੱਖ ਦੇ ਦੁੱਖ ਤੋਂ ਵਿਆਕੁਲ ਹੋ ਕੇ, ਭਾਵੇਂ ਸਾਰੇ ਸਿੰਘਾਂ ਦੀ ਇਹ ਰਹਿ ਨਹੀਂ ਸੀ, ਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਰਹਿਣ ਵਾਲੇ ਬਹੁਤ ਸਾਰੇ ਵੱਡੇ ਵੱਡੇ ਨਾਮ ਰਸੀਏ, ਵੱਡੇ ਵੱਡੇ ਬ੍ਰਹਮ ਗਿਆਨੀ ਗੁਰਸਿੱਖ ਰਹਿੰਦੇ ਸਨ, ਜੋ ਅੰਤਰਮੁਖ ਕਰਕੇ ਬਿਰਤੀ ਨੂੰ ਅੰਤਰਮੁਖ ਕਰਕੇ ਸਰੀਰ ਤੋਂ ਉੱਚੇ ਰਹਿੰਦੇ ਸਨ। ਸਰੀਰ ਦੀ ਦੁੱਖ ਭੁੱਖ ਉਹਨਾਂ ਨੂੰ ਕਦੇ ਸਤਾ ਹੀ ਨਹੀਂ ਸਕਦੀ ਸਨ। ਐਸੇ ਨਾਮ ਰਸੀਏ ਗੁਰਸਿੱਖ, ਐਸੇ ਬ੍ਰਹਮ ਗਿਆਨੀ ਗੁਰਸਿੱਖ ਬਹੁਤ ਸਾਰੇ ਸਤਿਗੁਰੂ ਮਹਾਰਾਜ ਜੀਆਂ ਦੇ ਦਰਬਾਰ ਦੇ ਵਿੱਚ, ਚਰਨਾਂ ਦੇ ਵਿੱਚ ਰਹਿੰਦੇ ਸਨ। ਥੋੜ੍ਹੇ ਜਿਹੇ ਐਸੇ ਗੁਰਸਿੱਖ ਸਨ ਜਿਨ੍ਹਾਂ ਨੂੰ ਭੁੱਖ ਦਾ ਦੁੱਖ ਬਹੁਤ ਵਿਆਕੁਲ ਕਰਦਾ, ਤੰਗ ਕਰਦਾ। ਤਾਂ ਇਸ ਤਰ੍ਹਾਂ ਦੀਆਂ ਵਿਚਾਰਾਂ ਹੁਣ ਮਾਤਾ ਜੀਆਂ ਨੇ ਦੱਸਣੀਆਂ ਕੀਤੀਆਂ। ਕਹੇ ਮਾਤ ਕੋ ਬਾਤ ਕਮਾਵੋ। ਮਾਤਾ ਜੀਆਂ ਨੇ ਕਿਹਾ ਕਿ ਤੁਸੀਂ ਪੁੱਤਰ ਜੀ ਸਾਡੀ ਕਹੀ ਹੋਈ ਇਹ ਗੱਲ ਜ਼ਰੂਰ ਮੰਨਣਾ ਕਰੋ। ਤਜੋ ਆਨੰਦਪੁਰ ਦੇਰ ਨਾ ਕੀਜੈ। ਹੁਣ ਇਹਨਾਂ ਨੇ ਵੀ ਕਹਿ ਦਿੱਤਾ ਹੈ, ਆਪਾਂ ਨੂੰ ਵੀ ਲੋੜ ਹੈ, ਜ਼ਰੂਰਤ ਹੈ, ਆਪਾਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਇਲਾਕੇ ਦੇ ਵੱਲ ਚਲੇ ਜਾਂਦੇ ਹਾਂ। ਪ੍ਰਾਨ ਦਾਨ ਸਭਨ ਕੋ ਦੀਜੈ। ਔਰ ਸਾਰਿਆਂ ਨੂੰ ਪ੍ਰਾਣ ਦਾਨ ਬਖਸ਼ੋ, ਕਿਉਂਕਿ ਇਸ ਸਥਾਨ ਤੇ ਸਿੰਘਾਂ ਦੀ ਹਾਲਤ ਐਸੀ। ਫਿਰ ਜੋ ਇੱਥੇ ਗੁਰੂ ਕੀਆਂ ਫੌਜਾਂ ਦੇ ਵਿੱਚ ਬਹੁਤ ਸਾਰੇ ਘੋੜੇ, ਬਹੁਤ ਸਾਰੇ ਹਾਥੀ ਆਦਿ ਸਨ, ਇਹਨਾਂ ਨੂੰ ਵੀ ਅੰਨ ਦਾਣਾ ਕਾਦ ਪ੍ਰਾਪਤ ਨਹੀਂ ਹੁੰਦਾ। ਇਹਨਾਂ ਦੇ ਵੀ ਸਰੀਰ ਇਸੇ ਤਰ੍ਹਾਂ ਕਿਰਸ ਦੁਬਲੇ ਪਤਲੇ ਹੋ ਚੁੱਕੇ ਸਨ। ਤਾਂ ਇਸ ਤਰ੍ਹਾਂ ਦੀ ਹਾਲਤ ਸਾਰੀ ਵਾਰਤਾ ਮਾਤਾ ਜੀਆਂ ਨੇ ਦੱਸਣਾ ਕੀਤੀ। ਜੇ ਹੋਏ ਅੰਤਰ ਖਰਚ ਵਿਸਾਲਾ। ਜੇਕਰ ਆਪਣੇ ਪਾਸ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਸਾਰਾ ਖਰਚ ਆਦ, ਰਸਤਾਂ ਵਸਤਾਂ ਆਦ ਹੁੰਦੀਆਂ, ਬਨੇ ਲਰਨ ਤੁਮ ਕੋ ਚਿਰਕਾਲਾ। ਫਿਰ ਤੇ ਲੰਮੇ ਸਮੇਂ ਦੇ ਵਾਸਤੇ ਆਪਾਂ ਇੱਥੇ ਰਹਿ ਸਕਦੇ ਸੀ, ਜੰਗ ਕਰ ਸਕਦੇ ਸਾਂ। ਸਰਵ ਪਾਂਦ ਕੋ ਸੰਕਟ ਅੰਤਰ। ਹੁਣ ਇੱਥੇ ਅੰਦਰ ਤੇ ਖਾਣ ਪੀਣ ਦੀਆਂ ਸਭ ਵਸਤੂਆਂ ਖਤਮ ਹਨ। ਹਰੇਕ ਤਰ੍ਹਾਂ ਦੇ ਨਾਲ ਕਸ਼ਟ ਅਤੇ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ। ਤਿਆਗਨ ਕੋ ਸਭ ਲਖੋ ਨਿਰੰਤਰ। ਹੁਣ ਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਤਿਆਗ ਦੇਣਾ ਹੀ ਚੰਗਾ ਸਮਝੋ। ਕੇਵਲ ਚਾਹੇ ਭੂਮਿਕਾ ਸੋਈ। ਜੋ ਪਹਾੜੀ ਅਤੇ ਤੁਰਕ ਹਨ, ਇਹ ਕੇਵਲ ਤੇ ਕੇਵਲ ਇਹ ਭੂਮਿਕਾ, ਇਹ ਧਰਤੀ ਨੂੰ ਹੀ ਲੈਣਾ ਚਾਹੁੰਦੇ ਹਨ ਕਿ ਸ਼੍ਰੀ ਅਨੰਦਪੁਰ ਸਾਹਿਬ ਸਾਡੇ ਕਬਜ਼ੇ ਦੇ ਵਿੱਚ ਹੀ ਆ ਜਾਵੇ। ਕਪਟ ਘਾਤ ਕੋ ਕਰੈ ਨਾ ਕੋਈ। ਹੁਣ ਇਹਨਾਂ ਨੇ ਆਪਣੇ ਧਰਮ ਦੀਆਂ ਸਹੁੰਆਂ ਖਾਧੀਆਂ ਹਨ, ਤਾਂ ਤੇ ਇਹ ਛਲ ਕਪਟ ਤੁਹਾਡੇ ਨਾਲ ਕੋਈ ਨਹੀਂ ਕਰਨਗੇ। ਅਭੈ ਸਮਾ ਆਛੇ ਨਿਕਸੇਬੋ। ਹੁਣ ਤੇ ਇੱਥੋਂ ਜਾਣ ਦਾ ਚੰਗਾ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਅਵਸਰ ਬੀਤਿਓ ਹਾਥ ਨ ਪੈ ਪੈਬੋ। ਸਮਾਂ ਬਤੀਤ ਹੋ ਜਾਵੇ, ਦੁਆਰਾ ਘਾਤ ਅਵਸਰ ਸਮਾਂ ਹੱਥ ਨਹੀਂ ਲੱਗਦਾ। ਦੇਖੋ ਛੁਦਤ ਕਿਤੇ ਦਿਨ ਬੀਤੇ। ਦੇਖੋ ਭੁੱਖਿਆਂ ਨੂੰ ਇਸ ਸਥਾਨ ਤੇ ਕਿੰਨਾ ਸਮਾਂ ਬਤੀਤ ਹੋ ਗਿਆ। ਜੂਝਾ ਰਹਿਨ ਦਿਵਸ ਨਿਰਭੀਤੇ। ਆਪ ਜੀਆਂ ਦੇ ਪਿਆਰੇ ਸਿੱਖ, ਪਿਆਰੇ ਸਿੰਘ ਦਿਨ ਰਾਤ ਖਾਣ ਪੀਣ ਤੋਂ ਬਿਨਾਂ ਹੀ ਹੁਣ ਤੁਰਕਾਂ ਅਤੇ ਪਹਾੜੀਆਂ ਦਾ ਮੁਕਾਬਲਾ ਕਰਦੇ ਹਨ। ਉਤ ਗਿਰਪਤ ਅਰਸ਼ਾ ਸਮੇਤ। ਉਧਰਲੇ ਪਾਸੇ ਪਹਾੜੀ ਰਾਜੇ ਅਤੇ ਜੋ ਬਾਦਸ਼ਾਹੀ ਫੌਜਾਂ ਆਈਆਂ ਸਨ, ਅਨਹਦ ਧਰਮ ਕੋ ਕਰੇ ਸੰਕੇਤ। ਸਾਰੇ ਆਪਣੇ ਧਰਮ ਦੀ ਸਹੁੰ ਖਾ ਕੇ, ਆਣ ਖਾ ਕੇ ਕਹਿੰਦੇ ਹਨ, ਹੇ ਰਹੋ ਲਸ਼ਕਰ ਬੜਿਓ ਵਡੇਰਾ। ਤਾਂ ਉਹ ਪਹਾੜੀ ਰਾਜੇ ਆਪਸ ਵਿੱਚ ਵਿਚਾਰਾਂ ਕਰਦੇ ਹਨ ਕਿ ਇਸ ਸਥਾਨ ਤੇ ਹੁਣ ਬਹੁਤ ਵੱਡਾ ਲਸ਼ਕਰ ਫੌਜ ਪਹੁੰਚੀ ਹੋਈ ਹੈ। ਖਵਾਜੇ ਆਨ ਕੀਨ ਅਵਡੇਰਾ। ਤਾਂ ਜੋ ਇਹ ਲਾਹੌਰ ਦਾ ਸੂਬਾ ਜ਼ਬਰਦਸਤ ਖਾਂ, ਇਹ ਬੜੀਆਂ ਫੌਜਾਂ ਆਪਣੀ ਸਾਰੀ ਫੌਜ ਨੂੰ ਲੈ ਕੇ ਪਹੁੰਚਿਆ ਹੋਇਆ ਸੀ। ਸਰਹੰਦ ਦਾ ਸੂਬਾ ਵਜ਼ੀਰ ਖਾਂ, ਇਹਦੀ ਵੀ ਤਕਰੀਬਨ ਸਾਰੀ ਫੌਜ ਹੀ ਇੱਥੇ ਪਹੁੰਚੀ ਹੋਈ ਸੀ। ਹੋਰ ਪਹਾੜੀ ਰਾਜੇ ਕਿੰਨੇ ਸਨ, ਸਾਰੇ ਪਹਾੜੀ ਰਾਜਿਆਂ ਦੀਆਂ ਫੌਜਾਂ ਆਈਆਂ ਹੋਈਆਂ ਸਨ। ਤਾਂ ਇਸ ਤੋਂ ਬਾਅਦ ਜੋ ਦਿੱਲੀ ਦਾ ਸੂਬਾ ਖਵਾਜਾ ਮਰਦੂਦ ਨਾਮ ਕਰਕੇ, ਜਿਸ ਦਾ ਅਸਲ ਨਾਮ ਖਿਜਰ ਖਾਨ ਕਰਕੇ ਸੀ, ਇਹ ਖਵਾਜਾ ਮਰਦੂਦ
ਇਹ ਬਾਦਸ਼ਾਹ ਔਰੰਗਜ਼ੇਬ ਦਾ ਭੇਜਿਆ ਹੋਇਆ ਬਹੁਤ ਸਾਰੀ ਫੌਜ ਨੂੰ ਲੈ ਕੇ ਇਹਨਾਂ ਤੋਂ ਬਾਅਦ ਪਹੁੰਚ ਜਾਂਦਾ ਹੈ। ਬੀੜੇ ਕੋ ਉਠਾਏ ਟਿਗ ਸ਼ਾਹੂ, ਇਹਨੇ ਬਾਦਸ਼ਾਹ ਦੇ ਦਰਬਾਰ ਵਿੱਚ ਪਾਣਾ ਦਾ ਬੀੜਾ ਉਠਾਇਆ। ਜੋ ਪਾਣਾ ਦਾ ਬੀੜਾ ਰੱਖਦੇ ਸਨ ਨਾ, ਇਹ ਕਿਸੇ ਮੁਹਿੰਮ ਦੇ ਉੱਤੇ ਭੇਜਣਾ ਹੁੰਦਾ ਕਿਸੇ ਵੱਡੇ ਯੋਧੇ ਸੂਰਮੇ ਨੂੰ, ਤੇ ਉੱਥੇ ਇੱਕ ਦਰਬਾਰ ਦੇ ਵਿੱਚ ਨੰਗੀ ਤਲਵਾਰ ਅਤੇ ਪਾਣਾ ਦਾ ਬੀੜਾ ਰੱਖਿਆ ਜਾਂਦਾ ਸੀ। ਹਰ ਕੋਈ ਯੋਧਾ ਸੂਰਮਾ ਉਠਾਉਂਦਾ ਉਹਦੇ ਤਾਬਿਆ ਕਰਕੇ ਬੜਾ ਲਸ਼ਕਰ ਭੇਜਿਆ ਜਾਂਦਾ ਸੀ। ਖਵਾਜਾ ਮਰਦੂਦ ਨੇ ਕਹਿਣ ਲੱਗੇ ਕਿ ਪਾਣਾ ਦਾ ਬੀੜਾ ਉਠਾਇਆ ਹੋਇਆ ਹੈ, ਬੜੀ ਲਸ਼ਕਰ ਨੂੰ ਲੈ ਕੇ ਪਹੁੰਚ ਗਿਆ ਹੈ ਕਿ ਮੈਂ ਜਾਂ ਤੇ ਗੁਰੂ ਗੋਬਿੰਦ ਸਿੰਘ ਜੀਆਂ ਨੂੰ ਸ਼ਹੀਦ ਕਰਕੇ ਹੀ ਮੁੜਾਂਗਾ ਜਾਂ ਕਰ ਉਹਨਾਂ ਨੂੰ ਕੈਦ ਕਰਕੇ ਲੈ ਕੇ ਆਵਾਂਗਾ। ਹਤਨ ਕੇ ਪਕਰਨ ਆਇਓ ਪਾਹੂ, ਉਹ ਤੇ ਇਹ ਸੰਕਲਪ ਕਰਕੇ ਆਇਆ ਹੈ ਕਿ ਮੈਂ ਤੇ ਜਾਂ ਗੁਰੂ ਜੀਆਂ ਨੂੰ ਪਕੜ ਕੇ ਲੈ ਕੇ ਆਵਾਂਗਾ ਜਾਂ ਸ਼ਹੀਦ ਕਰਕੇ ਫਿਰ ਹੀ ਵਾਪਸ ਮੁੜਾਂਗਾ। ਚੁਕੋ ਨਹੀਂ ਲਿਓ ਸਭਨ ਬਚਾਏ, ਮਾਤਾ ਜੀਆਂ ਨੇ ਵੀ ਬੇਨਤੀਆਂ ਕੀਤੀਆਂ ਕਿ ਹੁਣ ਸਮਾਂ ਹੈ, ਇਹ ਸਮਾਂ ਚੁੱਕ ਨਾ ਜਾਵੇ, ਖੁੱਸ ਨਾ ਜਾਵੇ, ਆਪਾਂ ਸਮਾਂ ਦੇਖ ਕੇ ਇਸ ਆਨੰਦਪੁਰ ਸਾਹਿਬ ਤੋਂ ਚਲੇ ਜਾਈਏ। ਜੀਵਨ ਕੇ ਸਮ ਭਲੀ ਨਾ ਕਾਏ, ਜੀਵਨ ਦੇ ਸਮੇਤ ਹੋਰ ਕੋਈ ਭਲੀ ਗੱਲ ਨਹੀਂ ਹੈ। ਜੀਵਨ ਦੇ ਸਗਰੇ ਵਿਵਹਾਰ, ਜੇਕਰ ਜਿਉਂਦੇ ਰਹੇ ਸਰੀਰ ਕਰਕੇ ਸਾਰੇ ਵਿਹਾਰ ਦੁਆਰਾ ਕੀਤੇ ਜਾ ਸਕਦੇ ਹਨ। ਜੀਵਤ ਕਰ ਹੈ ਜਤਨ ਹਜ਼ਾਰ, ਜਿਉਂਦਾ ਬੰਦਾ ਹਜ਼ਾਰਾਂ ਯਤਨ ਕਰ ਸਕਦਾ ਹੈ। ਸਿੰਘਨ ਹਰ ਜਨਨੀ ਕੇ ਸੁਨ ਕੇ, ਜਦ ਕੁਝ ਕੁ ਸਿੰਘਾਂ ਦੇ ਪਾਸੋਂ ਅਤੇ ਮਾਤਾ ਜੀਆਂ ਦੇ ਪਾਸੋਂ ਐਸੇ ਬਚਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਸੁਣਨਾ ਕੀਤੇ। ਸ੍ਰੀ ਪ੍ਰਭ ਸਭ ਤੇ ਬੇਰੁਖ ਬਨ ਕੇ, ਸਤਿਗੁਰੂ ਮਹਾਰਾਜ ਜੀਆਂ ਨੇ ਇਹਨਾਂ ਦੇ ਵੱਲ ਕੋਈ ਆਪਣਾ ਰੁਖ ਨਹੀਂ ਜਿਨਾਉਣਾ ਕੀਤਾ। ਉੱਚ ਕਠੋਰਤਾ ਸੇਤ ਬਖਾਨਾ, ਥੋੜੇ ਜਿਹੇ ਕਠੋਰ ਬਚਨ ਸਤਿਗੁਰੂ ਕਰਨ ਲੱਗੇ ਹਨ। ਪਰਬਤ ਵਾਸੀ ਘਨ ਡੁਗਰਾਨਾ, ਸਤਿਗੁਰੂ ਕਹਿਣ ਲੱਗੇ ਕਿ ਜਿੰਨੇ ਡੋਗਰੇ ਪਰਬਤ ਵਾਸੀ ਇਹ ਪਹਾੜੀ ਰਾਜਿਆਂ ਦੀਆਂ ਫੌਜਾਂ ਇਕੱਠਾਂ ਹੋਈਆਂ ਹਨ, ਨਿਤ ਹੀ ਪੂਜਤ ਬਹੁਤ ਪਖਾਨਾ, ਇਹ ਤੇ ਪੱਥਰਾਂ ਨੂੰ ਪੂਜਦੇ ਰਹਿੰਦੇ ਹਨ। ਜਾਂ ਤੇ ਮਤ ਪਖਾਨ ਸਮਾਨਾ, ਇਸ ਕਰਕੇ ਇਹਨਾਂ ਦੀ ਮਤ ਹੈ ਜੋ ਇਹ ਪੱਥਰਾਂ ਦੇ ਸਮਾਨ ਕਠੋਰ ਹੋ ਚੁੱਕੀ ਹੈ। ਸਭ ਕੂੜੇ ਕੂੜਾ ਕਰ ਜੋਰਾ, ਸਤਿਗੁਰੂ ਕਹਿਣ ਲੱਗੇ ਸਾਰੇ ਝੂਠੇ ਹਨ, ਝੂਠੇ ਹੀ ਹੱਥ ਜੋੜਦੇ ਹਨ। ਇਹਨਾਂ ਦੇ ਮੁਖ ਦੇ ਉੱਪਰ ਕੋਈ ਹੋਰ ਗੱਲਾਂ ਹਨ ਅਤੇ ਇਹਨਾਂ ਦੇ ਮਨ ਦੇ ਵਿੱਚ ਕੁਝ ਹੋਰ ਹੈ। ਕੂੜੋ ਪੰਮਾ ਫਿਰਤ ਬਹੋਰਾ, ਇਹ ਜੋ ਇਹਨਾਂ ਦਾ ਪੰਮਾ ਵਜ਼ੀਰ ਬਾਰ-ਬਾਰ ਚੱਕਰ ਕੱਟਦਾ ਫਿਰਦਾ ਹੈ, ਕਦੇ ਪਹਾੜੀਆਂ ਪਾਸ ਜਾ ਕੇ ਦੱਸਦਾ ਹੈ, ਕਦੇ ਆਪਣੇ ਪਾਸ ਆ ਕੇ ਬੇਨਤੀਆਂ ਕਰਦਾ ਹੈ। ਇਹਨਾਂ ਦੀਆਂ ਬੇਨਤੀਆਂ ਸਾਰੀਆਂ ਝੂਠੀਆਂ ਹਨ। ਵਦੇ ਖਾਲਸਾ ਜਾਣੈ ਨਾਹੀ, ਆਉਣ ਵਾਲੇ ਸਮੇਂ ਦੇ ਵਿੱਚ ਤੇ ਖਾਲਸਾ ਬਹੁਤ ਵੱਧ ਜਾਣਾ ਹੈ। ਲੈ ਹੈ ਪਲਟਾ ਛੋਰੇ ਕਾਹੀ, ਖਾਲਸੇ ਪੰਥ ਨੇ ਹੁਣ ਇਸ ਦੁਨੀਆ ਦੇ ਵਿੱਚ ਜਿੱਥੇ ਕਿਥੇ ਵੱਡੇ ਵੱਡੇ ਜ਼ੁਲਮਾਂ ਦਾ ਨਾਸ਼ ਕਰਨਾ ਹੈ। ਇਨਕੋ ਕਿਮ ਹਵੈ ਹੈ ਪਤਿਆਰਾ, ਤਾਂ ਇਹਨਾਂ ਦਾ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ ਜੋ ਤੁਰਕਾਂ ਨੇ ਇਹ ਚਿੱਠੀਆਂ ਭੇਜੀਆਂ ਹਨ। ਇਨਕੇ ਕਹੇ ਕਹਾਂ ਇਤਬਾਰਾ, ਇਹਨਾਂ ਦੇ ਕਹੇ ਹੁਣ ਕੀ ਇਤਬਾਰ ਕੀਤਾ ਜਾਵੇ। ਚੌਗਤਾ ਪੀ ਮੂਰਖ ਮਤਾ, ਫਿਰ ਸਤਿਗੁਰੂ ਕਹਿਣ ਲੱਗੇ ਚਵਗੱਤਾ ਜੋ ਔਰੰਗਜ਼ੇਬ ਹੈ ਇਹ ਵੀ ਮੂਰਖ ਮਤ ਵਾਲਾ, ਇਹ ਖੋਟੀਆਂ ਹੀ ਗੱਲਾਂ ਕਰਦਾ ਹੈ। ਗਿਰਪਦ ਜੁਤ ਕੂਰੇ ਰਸ ਰਤਾ, ਇਹ ਪਹਾੜੀਆਂ ਦੇ ਸਮੇਤ ਸਭ ਝੂਠੇ ਹੀ ਦਾਅਵਿਆਂ ਦੇ ਉੱਪਰ ਲੱਗੇ ਹੋਏ ਹਨ। ਨੈ ਥਿਰ ਬੁੱਧੀ ਚਪਲ ਅਜਾਨੇ, ਔਰ ਉਹ ਇਹ ਬੜੇ ਚਲਾਕ ਆਪਣੇ ਆਪ ਨੂੰ ਸਮਝਦੇ ਹਨ, ਪਰ ਉਹ ਅਸਲੀਅਤ ਤੋਂ ਬੜੇ ਅਣਜਾਣ ਅਤੇ ਮੂਰਖ ਗਵਾਰ ਹਨ। ਇਨਕੋ ਕੂਰ ਇਨੇ ਕਰਹਾਨੇ, ਫਿਰ ਸਤਿਗੁਰੂ ਕਹਿਣ ਲੱਗੇ ਕਿ ਇਹਨਾਂ ਦਾ ਝੂਠ, ਇਹਨਾਂ ਦਾ ਪਾਪ ਹੀ ਇਹਨਾਂ ਨੂੰ ਮਾਰ ਦੇਵੇਗਾ, ਖਤਮ ਕਰ ਦੇਵੇਗਾ। ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਹੈ।
ਇਸ ਕਰਕੇ ਇਹਨਾਂ ਦਾ ਪਾਪ ਹੀ ਇਹਨਾਂ ਨੂੰ ਖਤਮ ਕਰੇਗਾ। ਦੋਹਰਾ ਕਹਿਓ ਬਹੁਤ ਸਤਿਗੁਰ ਪ੍ਰਭੂ ਜਨਨੀ ਆਦ ਜੇ ਸਿੱਖ। ਤਾਂ ਜਿਨ੍ਹਾਂ ਪ੍ਰੇਮੀਆਂ ਨੇ ਬੇਨਤੀ ਕੀਤੀ ਸੀ ਅਤੇ ਮਾਤਾ ਜੀਆਂ ਨੂੰ ਨਾਲ ਲੈ ਕੇ ਆਏ ਸਨ, ਉਹਨਾਂ ਨੇ ਬਹੁਤ ਬਚਨ ਬਿਲਾਸ ਕਹਿਣਾ ਕੀਤੇ, ਪਰ ਸਤਿਗੁਰੂ ਮਹਾਰਾਜ ਜੀਆਂ ਨੇ ਇਹਨਾਂ ਦੀ ਗੱਲ ਇਹ ਵਿਚਾਰ ਨਾ ਮੰਨਣਾ ਕੀਤੀ। ਨਹਿ ਮਨ ਲਿਆਵਤ ਸਾਚ ਕੋ ਹੋਏ ਜੋ ਬਾਤ ਭਵਿਖ। ਸਤਿਗੁਰੂ ਕਹਿਣ ਲੱਗੇ ਜੋ ਭਵਿੱਖ ਦੇ ਵਿੱਚ ਹੋਣ ਵਾਲੀ ਗੱਲ ਹੈ ਨਾ, ਇਸ ਨੂੰ ਤੇ ਤੁਸੀਂ ਮਨ ਦੇ ਵਿੱਚ ਜਾਣਦੇ ਨਹੀਂ ਹੋ। ਚੌਪਈ ਸ੍ਰੀ ਕਲਗੀਧਰ ਤਵੇ ਵਿਚਾਰਾ। ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਵਿਚਾਰ ਕੀਤੀ ਇਹਨੋਂ ਦਿਖਾਵੋ ਕਰ ਪਤਿਆਰਾ। ਕਿ ਇਹਨਾਂ ਸਿੰਘਾਂ ਨੂੰ ਅਤੇ ਮਾਤਾ ਜੀਆਂ ਨੂੰ ਮੈਂ ਇਸ ਗੱਲ ਦਾ ਭਰੋਸਾ ਵਿਸ਼ਵਾਸ ਦਿਵਾਵਾਂ ਕਿ ਇਹਨਾਂ ਪਹਾੜੀਆਂ ਦੇ ਮਨ ਦੇ ਵਿੱਚ ਕਿਵੇਂ ਖੋਟ ਭਰਿਆ ਹੋਇਆ ਹੈ। ਪੰਮਾ ਆਪਨ ਹਜੂਰ ਹਕਾਰਿਓ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਪਹਾੜੀ ਰਾਜਿਆਂ ਦਾ ਭੇਜਿਆ ਹੋਇਆ ਵਜ਼ੀਰ ਪੰਮਾ ਵਜ਼ੀਰ ਇਸ ਨੂੰ ਦੀਵਾਨ ਦੇ ਵਿੱਚ ਹੀ ਆਪਣੇ ਪਾਸ ਬੁਲਾਉਣਾ ਕੀਤਾ। ਸਭਨ ਸੁਨਾਵਤ ਤਿਸੈ ਉਚਾਰਿਓ। ਸਭ ਨੂੰ ਸੁਣਾ ਕੇ ਸਤਿਗੁਰੂ ਮਹਾਰਾਜ ਸਾਹਮਣੇ ਖੜਾ ਕੇ ਪੰਮੇ ਵਜ਼ੀਰ ਨੂੰ ਕਹਿਣ ਲੱਗੇ ਅਵਰੰਗਾ ਅਰ ਗਿਰਪਤ ਸਾਰੇ। ਕਿ ਪੰਮਾ ਵਜ਼ੀਰ ਦੇਖ, ਜੇਕਰ ਹੁਣ ਔਰੰਗਜ਼ੇਬ ਅਤੇ ਸਾਰੇ ਤੁਰਕਾਂ ਦੀਆਂ ਫੌਜਾਂ ਅਤੇ ਪਹਾੜੀ ਰਾਜੇ ਇਹ ਚਾਹੁੰਦੇ ਹਨ, ਸਹਿਤ ਸਮਾਜ ਜੇ ਚਹਿਤ ਨਿਕਾਰੇ। ਜੇ ਹੁਣ ਸਾਰਿਆਂ ਦੀ ਮਤ ਇੱਕ ਹੈ ਕਿ ਸਾਨੂੰ ਸਾਜੋ ਸਮਾਨ ਦੇ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਾਹਰ ਨਿਕਾਲਣਾ ਚਾਹੁੰਦੇ ਹਨ, 5000 ਬਿਰਖਬ ਬਨ ਜਾਰੇ। ਤਾਂ ਫਿਰ ਅਸੀਂ ਜਾਣ ਦੇ ਵਾਸਤੇ ਤਿਆਰ ਹਾਂ, ਪਰ ਸਾਡਾ ਸਾਜੋ ਸਮਾਨ ਲਿਜਾਣ ਦੇ ਵਾਸਤੇ 5000 ਬੈਲ, ਲਾਦੂ ਬੈਲ ਜੋ ਛਿਟਾਂ ਦੇ ਸਮੇਤ ਸਾਡੇ ਪਾਸ ਭੇਜ ਦਿੱਤੇ ਜਾਣ, ਤਾਂ ਕਿ ਅਸੀਂ ਆਪੋ ਆਪਣਾ ਸਾਜੋ ਸਮਾਨ ਲੱਦ ਕੇ ਇਸ ਆਨੰਦਪੁਰ ਸਾਹਿਬ ਤੋਂ ਬਾਹਰ ਚਲੇ ਜਾਈਏ। ਭੇਜ ਦਿਓ ਹਮ ਕੋਸ਼ ਨਿਕਾਰੇ। ਅਸੀਂ ਆਪਣਾ ਖਜ਼ਾਨਾ ਇਹਨਾਂ ਬੈਲਾਂ ਦੇ ਉੱਪਰ ਲੱਦ ਕੇ ਬਾਹਰ ਕੱਢਾਂਗੇ। ਇਸ ਕਰਕੇ 5000 ਬੈਲ ਛਿਟਾਂ ਦੇ ਸਮੇਤ ਸਾਡੇ ਪਾਸ ਹਾਜ਼ਰ ਕੀਤੇ ਜਾਣ। ਪ੍ਰਥਮ ਹਮਾਰੀ ਦੌਲਤ ਜਾਵੇ। ਸਤਿਗੁਰੂ ਕਹਿਣ ਲੱਗੇ ਪਹਿਲਾਂ ਸਾਡੀ ਦੌਲਤ, ਸਾਡਾ ਖਜ਼ਾਨਾ ਅਸੀਂ ਬਾਹਰ ਨਿਕਾਲਾਂਗੇ, ਇਸ ਪਛਾਤੀ ਨਿਕਰ ਸਿਧਾਵੇ। ਉਸ ਤੋਂ ਬਾਅਦ ਅਸੀਂ ਆਪ ਆਪਣੇ ਆਪ ਚਲੇ ਜਾਵਾਂਗੇ। ਅਪਰ ਸਮਾਜ ਸਾਥ ਹਮ ਰਾਖੈ। ਬਾਕੀ ਸਾਜੋ ਸਮਾਨ ਅਸੀਂ ਆਪਣੇ ਨਾਲ ਹੀ ਰੱਖਾਂਗੇ। ਜੰਗਲ ਦੇਸ਼ ਜਾਨ ਅਵਲਾਖੈ। ਅਸੀਂ ਜੰਗਲ ਦੇਸ਼ ਜਾਣੇ ਮਾਲਵੇ ਦੇ ਇਲਾਕੇ ਦੇ ਵੱਲ ਜਾਣ ਦੀ ਇੱਛਾ ਰੱਖਦੇ ਹਾਂ। ਏਮ ਸੁਨ ਪੰਮਾ ਬਾਹਰ ਗਇਓ। ਇਸ ਤਰ੍ਹਾਂ ਜਦ ਸਤਿਗੁਰਾਂ ਦੇ ਬਚਨ ਪੰਮੇ ਵਜ਼ੀਰ ਨੇ ਸੁਣੇ, ਇਹ ਨਮਸਕਾਰ ਕਰਕੇ ਵਾਪਸ ਆ ਜਾਂਦਾ ਹੈ। ਕਿਰਪਤ ਸਾਥ ਕੈਦ ਵਿਦ ਭਇਓ। ਆ ਕੇ ਪਹਾੜੀ ਰਾਜਿਆਂ ਦੇ ਨਾਲ ਸਾਰੀ ਗੱਲਬਾਤ ਕੀਤੀ ਕਿ ਗੁਰੂ ਮਹਾਰਾਜ ਜੀ ਪਹਿਲੇ ਤੇ ਮੰਨਦੇ ਨਹੀਂ ਸਨ ਨਾ, ਅੱਜ ਸਤਿਗੁਰਾਂ ਇਹ ਬਚਨ ਕੀਤਾ ਕਿ ਅਸੀਂ ਚਲੇ ਜਾਵਾਂਗੇ। ਸਾਡਾ ਸਾਜੋ ਸਮਾਨ, ਸਾਡਾ ਖਜ਼ਾਨਾ ਲਿਆਉਣ ਦੇ ਵਾਸਤੇ 5000 ਲਾਦੂ ਬੈਲ ਸਾਡੇ ਪਾਸ ਭੇਜ ਦਿੱਤੇ ਜਾਣ। ਸੁਨ ਕੇ ਹਰਖੇ ਸਭ ਹੀ ਮਾਨੀ। ਪਹਾੜੀ ਰਾਜੇ ਸਾਰੇ ਸੁਣ ਕੇ ਬੜੇ ਪ੍ਰਸੰਨ ਹੋਏ, ਖੁਸ਼ ਹੋਏ ਕਿ 6-7 ਮਹੀਨੇ ਹੋ ਗਏ ਆਪਾਂ ਨੂੰ ਘੇਰਾ ਪਾ ਕੇ ਬੈਠੇ ਹਾਂ, ਹੁਣ ਆਪਣਾ ਕਾਰਜ ਰਾਸ ਆ ਜਾਵੇਗਾ। ਅਮਰਾਵਨ ਪੀ ਨੀਕੇ ਜਾਨੀ। ਤਾਂ ਜੋ ਬਾਦਸ਼ਾਹ ਦੇ ਭੇਜੇ ਹੋਏ ਅਮਰਾਵ ਸਨ, ਇਹਨਾਂ ਨੇ ਵੀ ਇਹ ਗੱਲ ਚੰਗੀ ਸਮਝੀ। ਨਿਤ ਕੋ ਰਨ ਮੋਹਮ ਮਿਟ ਜਾਏ। ਇਹ ਜੰਗ ਦਾ, ਯੁੱਧ ਦਾ ਜੋ ਨਿਤ ਦਾ ਕਲੇਸ਼ ਸੀ, ਇਹ ਕਹਿਣ ਲੱਗੇ ਹੁਣ ਖਤਮ ਹੋ ਜਾਵੇਗਾ। ਆਪੋ ਆਪਣੇ ਸਦਨ ਸਿਧਾਏ। ਸਾਰੇ ਆਪੋ ਆਪਣੇ ਘਰਾਂ ਨੂੰ ਜਾਣਗੇ। ਲਸ਼ਕਰ ਵਿਖੇ ਬਿਰਖਬ ਬਨ ਜਾਰੇ। ਤਾਂ ਇਹਨਾਂ ਨੇ ਫਿਰ ਇਹ ਤਿਆਰੀ ਕੀਤੀ ਤੇ ਕਿ ਇਸ ਲਸ਼ਕਰ ਦੇ ਵਿੱਚ, ਇਹਨਾਂ ਫੌਜਾਂ ਦੇ ਵਿੱਚ
ਜਿੰਨੇ ਕਲਾਦੂ ਬੈਲ ਸਨ ਇਹ ਇਕੱਠੇ ਕਰਨੇ ਸ਼ੁਰੂ ਕੀਤੇ। ਕਰੇ ਬਟੋਰਨ ਤਤ ਛਿਨ ਸਾਰੇ। ਤਾਂ ਇਹਨਾਂ ਨੇ ਬੜੀ ਛੇਤੀ ਦੇ ਨਾਲ 5000 ਬੈਲ ਇਕੱਠਾ ਕਰ ਲਿਆ। ਬਿਰਖਵ ਗੋਨ ਜੁੱਧ 5000। ਛਿਟਾਂ ਦੇ ਸਮੇਤ 5000 ਬੈਲ ਸਤਿਗੁਰਾਂ ਦੇ ਪਾਸ ਭੇਜ ਦਿੱਤਾ। ਭੇਜ ਦੀਏ ਸਤਿਗੁਰ ਦਰਬਾਰ। ਸਤਿਗੁਰਾਂ ਦੇ ਦਰਬਾਰ ਦੇ ਵਿੱਚ ਇਹ ਪੰਮਾ ਵਜ਼ੀਰ ਹੋਰ ਆਦਮੀਆਂ ਦੇ ਸਮੇਤ 5000 ਬੈਲ ਲੈ ਕੇ ਪਹੁੰਚ ਜਾਂਦਾ ਹੈ। ਆਨ ਥਰੇ ਟਿਗ ਪ੍ਰਭ ਪੁਨ ਕਹਿਓ। ਸਤਿਗੁਰਾਂ ਦੇ ਪਾਸ ਲਿਆ ਕੇ ਬੇਨਤੀ ਕਰਦੇ ਹਨ ਧਰਮ ਇਮਾਨ ਦੋਨ ਜਿਮ ਲਹਿਓ। ਕਿ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਵੀ ਪਹਾੜੀਆਂ ਅਤੇ ਤੁਰਕਾਂ ਨੇ ਆਪਣੇ ਧਰਮ ਦੀਆਂ ਸੌਹਾਂ ਖਾਧੀਆਂ ਹਨ, ਸੋ ਕਰ ਕੇ ਹਮਰੇ ਟਿਗ ਆਨੋ। ਤਾਂ ਸਤਿਗੁਰੂ ਕਹਿਣ ਲੱਗੇ ਪੰਮਾ ਵਜ਼ੀਰ ਦੇਖ, ਜਿਸ ਤਰ੍ਹਾਂ ਪਹਾੜੀਆਂ ਅਤੇ ਤੁਰਕਾਂ ਨੇ ਆਪਣੇ ਧਰਮਾਂ ਦੀਆਂ ਸੌਹਾਂ ਖਾਧੀਆਂ ਹਨ ਨਾ, ਪਹਾੜੀ ਆਪਣੇ ਠਾਕੁਰ ਦੀ ਸੌਗੰਧ ਖਾ ਕੇ ਕਸਮ ਖਾ ਕੇ ਕਹਿੰਦੇ ਸਨ ਕਿ ਗੁਰੂ ਮਹਾਰਾਜ ਆਨੰਦਪੁਰ ਸਾਹਿਬ ਖਾਲੀ ਕਰ ਜਾਣ, ਅਸੀਂ ਉਹਨਾਂ ਦੇ ਖਜ਼ਾਨੇ ਨੂੰ, ਉਹਨਾਂ ਦੀਆਂ ਫੌਜਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ। ਤੁਰਕ ਕਹਿੰਦੇ ਸਨ ਸਾਨੂੰ ਸਾਡੇ ਧਰਮ ਦੀ ਕੁਰਾਨ ਦੀ ਕਸਮ ਹੈ, ਜੇਕਰ ਅਸੀਂ ਗੁਰੂ ਮਹਾਰਾਜ ਜੀਆਂ 'ਤੇ ਕੋਈ ਹਮਲਾ ਕਰੀਏ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਪਹੁੰਚਾਈਏ ਪਰ ਉਹ ਆਨੰਦਪੁਰ ਸਾਹਿਬ ਖਾਲੀ ਕਰ ਜਾਣ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹੁਣ 5000 ਬੈਲ ਤੇ ਤੂੰ ਲੈ ਆਉਂਦੇ ਹਨ, ਹੁਣ ਅਸੀਂ ਆਪਣਾ ਖਜ਼ਾਨਾ ਬਾਹਰ ਨਿਕਾਲਾਂਗੇ ਫਿਰ ਆਪ ਜਾਵਾਂਗੇ। ਪਰ ਇਸ ਤੋਂ ਪਹਿਲਾਂ ਉਹਨਾਂ ਦੇ ਪਾਸੋਂ ਕਿਸੇ ਕੋਈ ਨਿਸ਼ਾਨੀ ਦੇ ਤੌਰ 'ਤੇ, ਕੋਈ ਪੱਕੇ ਤੌਰ 'ਤੇ ਉਹਨਾਂ ਦੀ ਧਰਮ ਸੌਗੰਧ ਕੋਈ ਲਿਖਤੀ ਰੂਪ ਦੇ ਵਿੱਚ ਅਤੇ ਉਹਨਾਂ ਦੀ ਠਾਕੁਰ ਦੀ ਮੂਰਤੀ, ਅਤੇ ਦੂਸਰੇ ਪਾਸੇ ਜੋ ਤੁਰਕ ਆਦ ਇਹਨਾਂ ਦੀਆਂ ਫੌਜਾਂ ਹਨ ਇਹ ਆਪਣੇ ਕੁਰਾਨ ਦੀ ਕਸਮ ਖਾ ਕੇ ਕੋਈ ਸਬੂਤ ਦੇ ਕੇ ਸਾਡੇ ਪਾਸ ਭੇਜਣ, ਤਾਂ ਕਿ ਸਾਨੂੰ ਪੱਕਾ ਭਰੋਸਾ ਹੋ ਜਾਵੇ, ਵਿਸ਼ਵਾਸ ਹੋ ਜਾਵੇ ਕਿ ਆਪਣੇ ਧਰਮ ਦੇ ਉੱਪਰ ਪਰਪੱਕ ਰਹਿਣਗੇ ਤੇ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਚਲੇ ਜਾਵਾਂਗੇ। ਤਾਂ ਇਹਨਾਂ ਦੇ ਮਨ ਦਾ ਛਲ ਕਪਟ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਜਾਣਦੇ ਸਨ। ਸਤਿਗੁਰੂ ਤੇ ਇਹ ਭਰੋਸਾ ਕਰਾਉਣਾ ਚਾਹੁੰਦੇ ਸਨ ਸਿੰਘਾਂ ਨੂੰ ਕਿ ਇਹ ਕੱਚੀ ਮੱਤ ਵਾਲੇ ਛਲ ਕਪਟ ਦੇ ਨਾਲ ਭਰੇ ਹੋਏ ਹਨ। ਸਤਿਗੁਰੂ ਮਹਾਰਾਜ ਜੀਆਂ ਨੇ ਇਹਨਾਂ ਬੈਲਾਂ 'ਤੇ ਆਪਣਾ ਖਜ਼ਾਨਾ ਨਹੀਂ ਭੇਜਣਾ ਸੀ, ਇਹ ਤੇ ਸਤਿਗੁਰੂ ਮਹਾਰਾਜ ਜੀਆਂ ਨੇ ਇਹਨਾਂ ਬੈਲਾਂ 'ਤੇ ਛਿਟਾਂ ਦੇ ਵਿੱਚ ਭਰ ਭਰ ਕੇ ਇਸ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚੋਂ ਜਿੰਨਾ ਵੀ ਕੂੜਾ ਕਰਕਟ ਸੀ ਨਾ, ਜਿੰਨਾ ਵੀ ਮਰੇ ਹੋਏ ਘੋੜਿਆਂ ਦੇ ਚੰਮ ਹੱਡ ਆਦਿ ਸਨ, ਉਹ ਛਿਟਾਂ ਦੇ ਵਿੱਚ ਭਰਵਾ ਕੇ ਟੁੱਟੇ ਹੋਏ ਬਰਤਨ, ਘੜੇ, ਇਹਨਾਂ ਦੀਆਂ ਠੀਕਰੀਆਂ, ਹੋਰ ਜਿੰਨਾ ਵੀ ਇੱਥੇ ਕੂੜਾ ਕਰਕਟ ਸੀ ਨਾ, ਇਹ ਭਰਵਾ ਕੇ ਛਿਟਾਂ ਦੇ ਉੱਪਰ ਲੱਦ ਕੇ ਇਹਨਾਂ ਦੇ ਉੱਪਰ ਮਖਮਲੀ ਵਸਤਰ ਪਾ ਕੇ ਭੇਜ ਦੇਣੇ ਸਨ, ਭੇਜ ਦੇਣੇ ਹੈ। ਔਰ ਜੋ ਅੱਗੇ ਪਹਾੜੀਆਂ ਨੇ ਗੁਰੂ ਕਾ ਖਜ਼ਾਨਾ ਜਾਣ ਕੇ ਇਹ ਹਮਲਾ ਕਰ ਦੇਣਾ ਹੈ, ਫਿਰ ਆਪਣੇ ਡੇਰਿਆਂ ਦੇ ਵਿੱਚ ਜਾ ਕੇ ਔਰ ਇਹਨਾਂ ਛਿਟਾਂ ਨੂੰ ਖੋਲ੍ਹ ਕੇ ਦੇਖਣਾ ਹੈ ਕਿ ਇਹਨਾਂ ਦੇ ਵਿੱਚ ਤੇ ਜਿੱਥੇ ਅਸੀਂ ਖਜ਼ਾਨਾ ਸਮਝ ਕੇ ਆਪਣੇ ਧਰਮ ਦੀਆਂ ਸੌਗੰਧਾਂ ਛੱਡ ਕੇ ਹਮਲਾ ਕਰ ਦਿੱਤਾ ਸੀ ਨਾ, ਫਿਰ ਸਾਡੇ ਹੱਥ ਵੀ ਕੁਝ ਨਹੀਂ ਲੱਗਿਆ। ਮਰੇ ਹੋਏ ਘੋੜਿਆਂ ਦੇ ਚੰਮ ਹੱਡੀਆਂ ਉਹ ਭਰੀਆਂ ਹੋਈਆਂ ਹਨ। ਹੁਣ ਇਹ ਸਤਿਗੁਰੂ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਖਜ਼ਾਨਚੀ ਨੂੰ ਹੁਕਮ ਕਰਕੇ ਇਹਨਾਂ ਛਿਟਾਂ ਦੇ ਵਿੱਚ ਮਰੇ ਹੋਏ ਘੋੜਿਆਂ, ਹਾਥੀਆਂ ਦੇ ਹੱਡ ਚੰਮ ਆਦਿ ਭਰਨੇ ਹਨ, ਠੀਕਰੀਆਂ ਆਦਿ ਭਰ ਕੇ ਇਹਨਾਂ ਦੇ ਉੱਪਰ ਮਖਮਲੀ ਵਸਤਰ ਪਾ ਕੇ ਬਾਹਰ ਨੂੰ ਨਿਕਾਲਣਾ ਹੈ। ਹੁਣ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਸੋ ਕਰਕੇ ਹਮਰੇ ਟਿਗਾਨੋ, ਤੋ ਹਮ ਜਾਣੇ ਸਾਚ ਬਖਾਨੋ। ਸੋ ਕਰਕੇ ਹਮਰੇ ਟਿਗਾਨੋ, ਤੋ ਹਮ ਜਾਣੇ ਸਾਚ ਬਖਾਨੋ। हे अच्युतये पार ब्रह्म अविनाशी अगनाश, हे